لن تنالوا البر حتى تنفقوا مما تحبون وما تنفقوا من شيء فإن الله به عليم। ਤੁਸੀਂ ਕਦੇ ਵੀ ਭਲਾਈ ਨੂੰ ਨਾ ਪਾ ਸਕੋਗੇ ਜਦੋਂ ਤੱਕ ਅੱਲਾਹ ਦੇ ਰਸਤੇ ਵਿੱਚ ਆਪਣੀ ਪਿਆਰੀ ਚੀਜ਼ ਖਰਚ ਨਾ ਕਰ ਲਵੋ ਤੇ ਤੁਸੀਂ ਜੋ ਖਰਚ ਕਰਦੇ ਹੋ ਅੱਲਾਹ ਨੂੰ ਸਾਰਾ ਪਤਾ ਹੈ। كل الطعام كان حلا لبني إسرائيل إلا ما حرم إسرائيل على نفسه من قبل إلا ما حرم إسرائيل على نفسه من قبل أن تنزل التوراة قل فأتوا بالتوراة فاتلوها إن كنتم صادقين۔ ਸਾਰੇ ਖਾਣੇ ਬਨੀ ਇਸਰਾਈਲ ਵਾਸਤੇ ਹਲਾਲ ਸਨ ਉਹਨਾਂ ਖਾਣਿਆਂ ਤੋਂ ਅੱਡ ਜਿਹੜੇ ਯਾਕੂਬ ਨੇ ਤੌਰਾਤ ਨਾਜ਼ਿਲ ਹੋਣ ਤੋਂ ਪਹਿਲਾਂ ਆਪਣੇ ਉੱਤੇ ਹਰਾਮ ਕਰ ਲਏ ਸਨ। ਤੁਸੀਂ ਫਰਮਾ ਦਿਓ ਤੌਰਾਤ ਲਿਆਓ ਤੇ ਉਹਨੂੰ ਪੜ੍ਹੋ ਜੇ ਤੁਸੀਂ ਸੱਚੇ ਹੋ। فمن افترى على الله الكذب من بعد ذلك فأولئك هم الظالمون۔ ਤੇ ਫਿਰ ਇਸ ਤੋਂ ਬਾਅਦ ਵੀ ਜਿਹੜਾ ਅੱਲਾਹ ਤੇ ਝੂਠ ਬੰਨੇ ਤੇ ਉਹੀ ਲੋਕ ਜ਼ਾਲਮ ਨੇ। قل صدق الله فاتبعوا ملة إبراهيم حنيفا وما كان من المشركين۔ اے محبوب ਤੁਸੀਂ ਫਰਮਾ ਦਿਓ ਅੱਲਾਹ ਨੇ ਸੱਚ ਆਖਿਆ ਇਸ ਲਈ ਤੁਸੀਂ ਇਬਰਾਹੀਮ ਦੇ ਦੀਨ ਤੇ ਚੱਲੋ ਜਿਹੜੇ ਹਰ ਬਾਤਲ ਤੋਂ ਵੱਖ ਸਨ ਤੇ ਉਹ ਮੁਸ਼ਰਿਕਾਂ ਵਿੱਚੋਂ ਨਹੀਂ ਸਨ۔ إن أول بيت وضع للناس للذي ببكة مباركا وهدى للعالمين۔ ਇਹਦੇ ਵਿੱਚ ਸ਼ੱਕ ਨਹੀਂ ਸਭ ਤੋਂ ਪਹਿਲਾ ਘਰ ਜਿਹੜਾ ਲੋਕਾਂ ਦੀ ਇਬਾਦਤ ਕਰਨ ਵਾਸਤੇ ਬਣਾਇਆ ਗਿਆ ਉਹ ਇਹ ਵੇ ਜਿਹੜਾ ਮੱਕੇ ਵਿੱਚ ਬਰਕਤ ਵਾਲਾ ਏ ਤੇ ਸਾਰੇ ਜਹਾਨ ਵਾਲਿਆਂ ਦੇ ਲਈ ਹਿਦਾਇਤ ਹੈ। فيه آيات بينات مقام إبراهيم ومن دخله كان آمنا ولله على الناس حج البيت من استطاع إليه سبيلا ومن كفر فإن الله غني عن العالمين۔ ਇਹਦੇ ਵਿੱਚ ਖੁੱਲੀਆਂ ਨਿਸ਼ਾਨੀਆਂ ਨੇ ਇਬਰਾਹੀਮ ਦੇ ਖਲੋਣ ਦੀ ਥਾਂ ਹੈ ਜਿਹੜਾ ਇਹਦੇ ਵਿੱਚ ਆ ਗਿਆ ਉਹ ਅਮਨ ਵਾਲਾ ਹੋ ਗਿਆ ਤੇ ਅੱਲਾਹ ਵਾਸਤੇ ਲੋਕਾਂ ਉੱਤੇ ਇਸ ਘਰ ਦਾ ਹਜ ਕਰਨਾ ਫਰਜ਼ ਹੈ ਜਿਹੜਾ ਇਸ ਤਾਈਂ ਅਪਣਨ ਦੀ ਤਾਕਤ ਰੱਖਦਾ ਹੈ ਤੇ ਜਿਹੜਾ ਇਨਕਾਰ ਕਰੇ ਤੇ ਅੱਲਾਹ ਸਾਰੇ ਜਹਾਨ ਤੋਂ ਬੇਪਰਵਾਹ ਹੈ۔ قل يا أهل الكتاب لم تكفرون بآيات الله والله شهيد على ما تعملون۔ ਤੁਸੀਂ ਫਰਮਾ ਦਿਓ ਐ ਕਿਤਾਬ ਵਾਲਿਓ ਤੁਸੀਂ ਅੱਲਾਹ ਦੀ ਆਇਤਾਂ ਦਾ ਇਨਕਾਰ ਕਿਉਂ ਕਰਦੇ ਹੋ ਹਾਲਾਂ ਅੱਲਾਹ ਤੁਹਾਡੇ ਅਮਲਾਂ ਤੇ ਗਵਾਹ ਹੈ۔ قل يا أهل الكتاب لم تصدون عن سبيل الله من آمن تبغونها عوجا وأنتم شهداء وما الله بغافل عما تعملون۔ ਤੁਸੀਂ ਫਰਮਾਓ ਐ ਕਿਤਾਬ ਵਾਲਿਓ ਤੁਸੀਂ ਈਮਾਨ ਲਿਆਉਣ ਵਾਲਿਆਂ ਨੂੰ ਅੱਲਾਹ ਦੇ ਰਾਹ ਤੋਂ ਕਿਉਂ ਰੋਕਦੇ ਹੋ ਤੁਸੀਂ ਇਹਦੇ ਵਿੱਚ ਵੀ ਡਿੰਗਾਪਨ ਚਾਹੁੰਦੇ ਹੋ ਹਾਲਾਂ
ਤੁਸੀਂ ਆਪ ਇਹਦੇ ਤੇ ਗਵਾਹ ਜੇ ਤੇ ਅੱਲਾਹ ਤੁਹਾਡੇ ਅਮਲਾਂ ਤੋਂ ਬੇਖਬਰ ਨਹੀਂ। يا أيها الذين آمنوا إن تطيعوا فريقا من الذين أوتوا الكتاب يردوكم بعد إيمانكم كافرين। ਐ ਈਮਾਨ ਵਾਲਿਓ, ਜੇ ਤੁਸੀਂ ਕਿਤਾਬ ਵਾਲਿਆਂ ਵਿੱਚੋਂ ਕਿਸੇ ਗਿਰੋਹ ਦੀ ਤਾਬਿਆਦਾਰੀ ਕਰੋ ਤੇ ਉਹ ਤੁਹਾਨੂੰ ਤੁਹਾਡੇ ਈਮਾਨ ਲਿਆਉਣ ਤੋਂ ਬਾਅਦ ਫੇਰ ਕੁਫਰ ਦੀ ਹਾਲਤ ਵੱਲ ਪਰਤਾ ਦੇਣਗੇ। وكيف تكفرون وأنتم تتلى عليكم آيات الله وفيكم رسوله ومن يعتصم بالله فقد هدي إلى صراط مستقيم۔ ਤੇ ਐ ਈਮਾਨ ਵਾਲਿਓ, ਹੁਣ ਤੁਸੀਂ ਕੁਫਰ ਕਿਉਂ ਕਰੋਗੇ ਹਾਲਾਂ ਤੁਹਾਡੇ ਸਾਹਮਣੇ ਅੱਲਾ ਦੀਆਂ ਆਇਤਾਂ ਪੜੀਆਂ ਜਾਂਦੀਆਂ ਨੇ ਤੇ ਤੁਹਾਡੇ ਵਿੱਚ ਉਹਦਾ ਰਸੂਲ ਤਸ਼ਰੀਫ ਫਰਮਾਏ ਤੇ ਜਿਸ ਨੇ ਅੱਲਾ ਦਾ ਸਹਾਰਾ ਪੀੜਾ ਫੜ ਲਿਆ ਤੇ ਉਹਨੂੰ ਯਕੀਨਨ ਸਿੱਧਾ ਰਸਤਾ ਵਿਖਾ ਦਿੱਤਾ ਗਿਆ। يا أيها الذين آمنوا اتقوا الله حق تقاته ولا تموتن إلا وأنتم مسلمون۔ ਐ ਈਮਾਨ ਵਾਲਿਓ, ਅੱਲਾਹ ਤੋਂ ਡਰੋ ਜਿਵੇਂ ਉਹਦੇ ਤੋਂ ਡਰਨ ਦਾ ਹੱਕ ਹੈ ਤੇ ਜ਼ਰੂਰ ਤੁਹਾਨੂੰ ਮੌਤ ਸਿਰਫ ਇਸਲਾਮ ਤੇ ਆਵੇ। واعتصموا بحبل الله جميعا ولا تفرقوا واذكروا نعمة الله عليكم إذ كنتم أعداء واذكروا نعمة الله عليكم إذ كنتم أعداء فألف بين قلوبكم فأصبحتم بنعمته إخوانا وكنتم على شفا حفرة من النار فأنقذكم منها كذلك يبين الله لكم آياته لعلكم تهتدون۔ ਤੇ ਤੁਸੀਂ ਸਾਰੇ ਰਲ ਕੇ ਅੱਲਾ ਦੀ ਰੱਸੀ ਨੂੰ ਪੱਕਿਆਂ ਫੜ ਲਓ ਤੇ ਆਪਸ ਦੇ ਵਿੱਚ ਤਫਰਕਾ ਨਾ ਪਾਓ ਤੇ ਅੱਲਾ ਦਾ ਇਹਸਾਨ ਯਾਦ ਕਰੋ ਜਦੋਂ ਤੁਸੀਂ ਇੱਕ ਦੂਜੇ ਦੇ ਦੁਸ਼ਮਣ ਸੀ ਤੇ ਉਹਨੇ ਤੁਹਾਡੇ ਦਿਲਾਂ ਵਿੱਚ ਮਿਲਾਪ ਪੈਦਾ ਕਰ ਦਿੱਤਾ। ਬਸ ਉਹਦੇ ਫਜ਼ਲ ਨਾਲ ਤੁਸੀਂ ਆਪਸ ਵਿੱਚ ਪਾਈ ਬਣ ਗਏ ਤੇ ਤੁਸਾਂ ਤੇ ਅੱਗ ਦੇ ਟੋਏ ਦੇ ਕੰਢੇ ਤੇ ਸਾਓ ਤੇ ਉਸ ਨੇ ਤੁਹਾਨੂੰ ਇਸ ਤੋਂ ਬਚਾ ਲਿਆ। ਅੱਲਾਹ ਤੁਹਾਨੂੰ ਇੰਜੀ ਆਪਣੀਆਂ ਆਇਤਾਂ ਬਿਆਨ ਕਰਦਾ ਏ ਤਾਂ ਕਿ ਤੁਸੀਂ ਸਿੱਧੇ ਰਸਤੇ ਤੇ ਟੁਰੋ। وَلْتَكُن مِّنكُمْ أُمَّةٌ يَدْعُونَ إِلَى الْخَيْرِ وَيَأْمُرُونَ بِالْمَعْرُوفِ وَيَنْهَوْنَ عَنِ الْمُنكَرِ وَأُولَئِكَ هُمُ الْمُفْلِحُونَ۔ ਤੇ ਤੁਹਾਡੇ ਵਿੱਚੋਂ ਇੱਕ ਗਿਰੋਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਏ ਜਿਹੜਾ ਭਲਾਈ ਵੱਲ ਸੱਦੇ ਤੇ ਚੰਗੀ ਗੱਲ ਦਾ ਹੁਕਮ ਦੇਵੇ ਤੇ ਭੈੜੀ ਗੱਲ ਤੋਂ ਮਨਾ ਕਰੇ ਤੇ ਇਹੀ ਲੋਕ ਨਜਾਤ ਪਾਣ ਵਾਲੇ ਨੇ। ولا تكونوا كالذين تفرقوا واختلفوا من بعد ما جاءهم البينات وأولئك لهم عذاب عظيم۔ ਉਹਨਾਂ ਲੋਕਾਂ ਵਾਂਗ ਨਾ ਹੋਣਾ ਜਿਹੜੇ ਆਪਸ ਵਿੱਚ ਵੱਖੋ ਵੱਖ ਹੋ ਗਏ ਤੇ ਉਹਨਾਂ ਦੇ ਆਪਣੇ ਕੋਲ ਰੋਸ਼ਨ ਨਿਸ਼ਾਨੀਆਂ ਆਉਣ ਤੋਂ ਬਾਅਦ ਵੀ ਆਪਸ ਵਿੱਚ ਇਖਤਲਾਫ ਕੀਤਾ ਤੇ ਉਹਨਾਂ ਲਈ ਬਹੁਤ ਵੱਡਾ ਅਜ਼ਾਬ ਹੈ। يوم تبيض وجوه وتسود وجوه فأما الذين اسودت وجوههم أكفرتم بعد إيمانكم فذوقوا العذاب بما كنتم تكفرون۔
ਜਿਸ ਦਿਨ ਕਈ ਚਿਹਰੇ ਚਮਕਦੇ ਹੋਣਗੇ, ਕਈ ਚਿਹਰੇ ਕਾਲੇ ਹੋਣਗੇ, ਤੇ ਉਹ ਲੋਕ ਜਿਨ੍ਹਾਂ ਦੇ ਚਿਹਰੇ ਕਾਲੇ ਹੋਣਗੇ ਉਹਨਾਂ ਨੂੰ ਆਖਿਆ ਜਾਏਗਾ ਕਿ ਤੁਸੀਂ ਈਮਾਨ ਲਿਆਉਣ ਤੋਂ ਬਾਅਦ ਕਾਫਿਰ ਹੋ ਗਏ ਸੀ ਤੇ ਹੁਣ ਆਪਣੇ ਕੁਫਰ ਦੇ ਬਦਲੇ ਅਜ਼ਾਬ ਦਾ ਮਜ਼ਾ ਚੱਖੋ। وَأَمَّا الَّذِينَ ابْيَضَّتْ وُجُوهُهُمْ فَفِي رَحْمَةِ اللَّهِ هُمْ فِيهَا خَالِدُونَ ਤੇ ਉਹ ਲੋਕ ਜਿਨ੍ਹਾਂ ਦੇ ਚਿਹਰੇ ਚਿੱਟੇ ਹੋਣਗੇ ਉਹ ਅੱਲਾਹ ਦੀ ਰਹਿਮਤ ਵਿੱਚ ਹੋਣਗੇ, ਉਹ ਹਮੇਸ਼ਾ ਉਸੇ ਵਿੱਚ ਰਹਿਣਗੇ। تِلْكَ آيَاتُ اللَّهِ نَتْلُوهَا عَلَيْكَ بِالْحَقِّ وَمَا اللَّهُ يُرِيدُ ظُلْمًا لِلْعَالَمِينَ ਇਹ ਅੱਲਾਹ ਦੀਆਂ ਆਇਤਾਂ ਨੇ ਜਿਹੜੀਆਂ ਅਸੀਂ ਹੱਕ ਨਾਲ ਤੁਹਾਡੇ ਸਾਹਮਣੇ ਪੜ੍ਹਨੇ ਆ ਤੇ ਅੱਲਾਹ ਜਹਾਨ ਵਾਲਿਆਂ ਤੇ ਜ਼ੁਲਮ ਨਹੀਂ ਚਾਹੁੰਦਾ। وَلِلَّهِ مَا فِي السَّمَاوَاتِ وَمَا فِي الْأَرْضِ وَإِلَى اللَّهِ تُرْجَعُ الْأُمُورُ ਤੇ ਅੱਲਾਹ ਦਾ ਇਹ ਜੋ ਕੁਝ ਅਸਮਾਨਾਂ ਵਿੱਚ ਤੇ ਜੋ ਕੁਝ ਜ਼ਮੀਨ ਵਿੱਚ ਤੇ ਸਾਰੇ ਕੰਮ ਅੱਲਾਹ ਵੱਲ ਹੀ ਪਰਤਾਏ ਜਾਂਦੇ ਨੇ। كنتم خير أمة أخرجت للناس تأمرون بالمعروف وتنهون عن المنكر وتؤمنون بالله ولو آمن أهل الكتاب لكان خيرا لهم منهم المؤمنون وأكثرهم الفاسقون اے ਮੁਸਲਮਾਨੋ, ਤੁਸੀਂ ਵਧੀਆ ਉਮਤ ਹੋ ਜਿਹੜੀ ਲੋਕਾਂ ਦੀ ਹਿਦਾਇਤ ਲਈ ਜ਼ਾਹਿਰ ਕੀਤੀ ਗਈ। ਤੁਸੀਂ ਭਲਾਈ ਦਾ ਹੁਕਮ ਦਿੰਦੇ ਹੋ ਤੇ ਬੁਰਾਈ ਤੋਂ ਰੋਕਦੇ ਹੋ ਤੇ ਅੱਲਾਹ ਉੱਤੇ ਈਮਾਨ ਰੱਖਦੇ ਹੋ ਤੇ ਜੇਕਰ ਕਿਤਾਬਾਂ ਵਾਲੇ ਵੀ ਈਮਾਨ ਲਿਆਉਂਦੇ ਤੇ ਉਹਨਾਂ ਲਈ ਚੰਗਾ ਸੀ। ਇਹਨਾਂ ਵਿੱਚ ਕੁਝ ਮੁਸਲਮਾਨ ਨੇ ਤੇ ਉਹਨਾਂ ਦੀ ਅਕਸਰੀਅਤ नाफरमान है। لن يضروكم إلا أذى وإن يقاتلوكم يولوكم الأدبار ثم لا ينصرون ਇਹ ਤੁਹਾਨੂੰ ਸਤਾਉਣ ਤੋਂ ਵੱਖ ਤੁਹਾਡਾ ਕੋਈ ਹੋਰ ਨੁਕਸਾਨ ਨਹੀਂ ਕਰ ਸਕਦੇ ਤੇ ਜੇ ਤੁਹਾਡੇ ਨਾਲ ਲੜਨ ਤੇ ਤੁਹਾਡੇ ਅੱਗੋਂ ਕੱਢ ਫੇਰ ਜਾਣਗੇ ਫਿਰ ਇਹਨਾਂ ਦੀ ਮਦਦ ਨਹੀਂ ਕੀਤੀ ਜਾਵੇਗੀ। ضربت عليهم الذلة أينما ثقفوا إلا بحبل من الله وحبل من الناس وباءوا بغضب من الله وضربت عليهم المسكنة ذلك بأنهم كانوا يكفرون بآيات الله ويقتلون الأنبياء بغير حق ذلك بما عصوا وكانوا يعتدون ਇਹ ਜਿੱਥੇ ਵੀ ਹੋਣ ਇਹਨਾਂ ਉੱਤੇ ਜ਼ਿਲਤ ਮੁਸੱਲਤ ਕਰ ਦਿੱਤੀ ਗਈ ਏ ਸਿਵਾਏ ਇਸ ਗੱਲ ਦੇ ਕਿ ਇਹਨਾਂ ਨੂੰ ਅੱਲਾਹ ਵੱਲੋਂ ਸਹਾਰਾ ਮਿਲ ਜਾਵੇ ਜਾਂ ਲੋਕਾਂ ਵੱਲੋਂ ਸਹਾਰਾ ਮਿਲ ਜਾਵੇ। ਇਹ ਅੱਲਾਹ ਦੇ ਗਜ਼ਬ ਦੇ ਹੱਕਦਾਰ ਨੇ ਤੇ ਇਹਨਾਂ ਤੇ ਮੁਹਤਾਜੀ ਮੁਸੱਲਤ ਕਰ ਦਿੱਤੀ ਗਈ ਏ। ਇਹਦੀ ਵਜ੍ਹਾ ਇਹ ਵੇ ਕਿ ਅੱਲਾਹ ਦੀਆਂ ਆਇਤਾਂ ਨਾਲ ਕੁਫਰ ਕਰਦੇ ਸਨ ਤੇ ਨਬੀਆਂ ਨੂੰ ਨਾਹਕ ਸ਼ਹੀਦ ਕਰਦੇ ਸਨ ਤੇ ਇਸੇ ਲਈ ਉਹ ਨਾਫਰਮਾਨ ਤੇ ਬਾਗੀ ਸਨ। ليسوا سواء من أهل الكتاب أمة قائمة يتلون آيات الله آناء الليل وهم يسجدون ਇਹ ਸਾਰੇ ਇੱਕ ਜੇ ਨਹੀਂ, ਕਿਤਾਬਾਂ ਵਾਲਿਆਂ ਵਿੱਚ
ਕੁਝ ਉਹ ਲੋਕ ਵੀ ਨੇ ਜਿਹੜੇ ਹੱਕ ਤੇ ਕਾਇਮ ਨੇ, ਉਹ ਰਾਤ ਦੇ ਵੇਲੇ ਅੱਲਾਹ ਦੀਆਂ ਆਇਤਾਂ ਤਿਲਾਵਤ ਕਰਦੇ ਨੇ ਤੇ ਸਜਦਾ ਕਰਦੇ ਨੇ। يؤمنون بالله واليوم الآخر ويأمرون بالمعروف وينهون عن المنكر ويسارعون في الخيرات وأولئك من الصالحين। ਇਹ ਅੱਲਾਹ ਉੱਤੇ ਤੇ ਆਖਰਤ ਦੇ ਦਿਨ ਤੇ ਈਮਾਨ ਰੱਖਦੇ ਨੇ ਤੇ ਨੇਕੀ ਦਾ ਹੁਕਮ ਦਿੰਦੇ ਤੇ ਬੁਰਾਈ ਤੋਂ ਰੋਕਦੇ ਨੇ ਤੇ ਨੇਕ ਕੰਮਾਂ ਵਿੱਚ ਛੇਤੀ ਕਰਦੇ ਨੇ ਤੇ ਇਹ ਲੋਕ ਅੱਲਾਹ ਦੇ ਖਾਸ ਬੰਦਿਆਂ ਵਿੱਚੋਂ ਨੇ। وما يفعلوا من خير فلن يكفروه والله عليم بالمتقين। ਤੇ ਇਹ ਲੋਕ ਜਿਹੜੇ ਨੇਕ ਕੰਮ ਕਰਦੇ ਨੇ ਕਦੀ ਵੀ ਇਸ ਨੇਕੀ ਉੱਤੇ ਇਹਨਾਂ ਦੀ ਨਾਕਦਰੀ ਨਹੀਂ ਕੀਤੀ ਜਾਵੇਗੀ ਤੇ ਅੱਲਾਹ ਡਰਨ ਵਾਲਿਆਂ ਨੂੰ ਜਾਣਦਾ ਹੈ। إن الذين كفروا لن تغني عنهم أموالهم ولا أولادهم من الله شيئا وأولئك أصحاب النار هم فيها خالدون۔ ਉਹ ਲੋਕ ਜਿਹੜੇ ਕਾਫਿਰ ਹੋ ਗਏ ਇਹਨਾਂ ਦੇ ਮਾਲ ਤੇ ਇਹਨਾਂ ਦੀ ਔਲਾਦ ਇਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਕੁਝ ਬਚਾ ਨਹੀਂ ਸਕਣਗੇ ਤੇ ਇਹ ਲੋਕ ਦੋਜ਼ਖੀ ਨੇ, ਇਹ ਦੋਜ਼ਖ ਵਿੱਚ ਹਮੇਸ਼ਾ ਰਹਿਣਗੇ। مثل ما ينفقون في هذه الحياة الدنيا كمثل ريح فيها صر أصابت حرث قوم ظلموا أنفسهم فأهلكته وما ظلمهم الله ولكن أنفسهم يظلمون۔ ਇਸ ਦੁਨੀਆ ਦੀ ਜ਼ਿੰਦਗੀ ਵਿੱਚ ਜਿਹੜੇ ਖਰਚ ਕਰਦੇ ਨੇ ਉਹਦੀ ਮਿਸਾਲ ਉਸ ਹਵਾ ਵਰਗੀ ਏ ਜਿਹਦੇ ਵਿੱਚ ਚੌਖੀ ਠੰਡ ਹੋਵੇ। ਉਹ ਹਵਾ ਕਿਸੇ ਇਹੋ ਜਿਹੀ ਕੌਮ ਦੀ ਖੇਤੀ ਨੂੰ ਜਾ ਪੜੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਉੱਤੇ ਜ਼ੁਲਮ ਕੀਤਾ ਹੋਵੇ ਤੇ ਉਹ ਹਵਾ ਉਸ ਖੇਤੀ ਨੂੰ ਤਬਾਹ ਕਰ ਦੇਵੇ ਤੇ ਅੱਲਾਹ ਨੇ ਇਹਨਾਂ ਉੱਤੇ ਜ਼ੁਲਮ ਨਹੀਂ ਕੀਤਾ ਬਲਕਿ ਉਹ ਆਪ ਆਪਣੀਆਂ ਜਾਨਾਂ ਉੱਤੇ ਜ਼ੁਲਮ ਕਰਦੇ ਨੇ। يا أيها الذين آمنوا لا تتخذوا بطانة من دونكم لا يألونكم خبالا ودوا ما عنتم قد بدت البغضاء من أفواههم وما تخفي صدورهم أكبر قد بينا لكم الآيات إن كنتم تعقلون۔ ਐ ਈਮਾਨ ਵਾਲਿਓ, ਗੈਰਾਂ ਨੂੰ ਆਪਣਾ ਭੇਦ ਕਦੇ ਨਾ ਦਿਓ, ਉਹ ਤੁਹਾਡੀ ਬੁਰਾਈ ਵਿੱਚ ਘਟ ਨਹੀਂ ਕਰਨਗੇ। ਉਹ ਚਾਹੁੰਦੇ ਨੇ ਤੁਸੀਂ ਮੁਸ਼ਕਿਲ ਵਿੱਚ ਫਸ ਜਾਓ। ਬਿਨਾਂ ਸ਼ੱਕ ਇਹਨਾਂ ਦਾ ਬੁਗਜ਼ ਇਹਨਾਂ ਦੇ ਚਿਹਰਿਆਂ ਤੋਂ ਜ਼ਾਹਿਰ ਹੋ ਗਿਆ ਏ ਤੇ ਜੋ ਇਹਨਾਂ ਦੇ ਦਿਲਾਂ ਵਿੱਚ ਲੁਕਿਆ ਹੋਇਆ ਏ ਉਹ ਇਸ ਤੋਂ ਵੀ ਵੱਧ ਕੇ। ਬਿਨਾਂ ਸ਼ੱਕ ਅਸਾਂ ਤੁਹਾਡੇ ਲਈ ਆਇਤਾਂ ਖੋਲ ਕੇ ਬਿਆਨ ਕਰ ਦਿੱਤੀਆਂ ਜੇ ਤੁਸੀਂ ਅਕਲ ਰੱਖਦੇ ਹੋ। ها أنتم أولئك تحبونهم ولا يحبونكم وتؤمنون بالكتاب كله وإذا لقوكم قالوا آمنا وإذا خلوا عضوا عليكم الأنامل من الغيظ قل موتوا بغيظكم
इन्न अल्लाह अलीमुम बिज़ातिस सुदूर। खबरदार ਇਹ ਤੁਸੀਂ ਹੀ ਹੋ ਜਿਹੜੇ ਇਹਨਾਂ ਨੂੰ ਚਾਹੁੰਦੇ ਹੋ, ਉਹ ਤੁਹਾਨੂੰ ਨਹੀਂ ਚਾਹੁੰਦੇ, ਹਾਲਾਂ ਤੁਸੀਂ ਤੇ ਸਾਰੀਆਂ ਕਿਤਾਬਾਂ ਤੇ ਈਮਾਨ ਰੱਖਦੇ ਹੋ। ਉਹ ਜਦੋਂ ਤੁਹਾਨੂੰ ਮਿਲਦੇ ਨੇ ਤੇ ਕਹਿੰਦੇ ਨੇ ਅਸਾਂ ਈਮਾਨ ਲਿਆ ਚੁੱਕੇ ਹਾਂ, ਤੇ ਜਦੋਂ ਇਕੱਲੇ ਹੁੰਦੇ ਨੇ ਤੇ ਤੁਹਾਡੇ ਉੱਤੇ ਗੁੱਸੇ ਨਾਲ ਆਪਣੀਆਂ ਉਂਗਲਾਂ ਚੱਬਦੇ ਨੇ। ਐ ਹਬੀਬ, ਤੁਸੀਂ ਫਰਮਾ ਦਿਓ ਆਪਣੇ ਗੁੱਸੇ ਵਿੱਚ ਮਰ ਜਾਓ, ਬਿਨਾਂ ਸ਼ੱਕ ਅੱਲਾਹ ਦਿਲਾਂ ਦੀਆਂ ਗੱਲਾਂ ਚੰਗੀ ਤਰ੍ਹਾਂ ਜਾਣਦਾ ਹੈ। إن تمسسكم حسنة تسؤهم وإن تصبكم سيئة يفرحوا بها وإن تصبروا وتتقوا لا يضركم كيدهم شيئا إن الله بما يعملون محيط। ਜੇਕਰ ਤੁਹਾਨੂੰ ਕੋਈ ਭਲਾਈ ਅਪੜੇ ਤੇ ਉਹਨਾਂ ਨੂੰ ਭੈੜਾ ਲੱਗਦਾ ਹੈ, ਤੇ ਜੇਕਰ ਤੁਹਾਨੂੰ ਕੋਈ ਬੁਰਾਈ ਅਪੜੇ ਤੇ ਉਹ ਇਸ ਤੇ ਖੁਸ਼ ਹੁੰਦੇ ਨੇ। ਤੇ ਜੇਕਰ ਤੁਸੀਂ ਸਬਰ ਕਰੋ ਤੇ ਪਰਹੇਜ਼ਗਾਰੀ ਅਪਣਾਓ ਤੇ ਉਹਨਾਂ ਦਾ ਮਕਰੋ ਫਰੇਬ ਤੁਹਾਡਾ ਕੁਝ ਵਿਗਾੜ ਨਹੀਂ ਸਕੇਗਾ। ਬਿਨਾਂ ਸ਼ੱਕ ਇਹਨਾਂ ਦੇ ਸਾਰੇ ਕੰਮ ਅੱਲਾ ਨੇ ਘੇਰੇ ਵਿੱਚ ਲਏ ਹੋਏ ਨੇ। وَإِذْ غَدَوْتَ مِنْ أَهْلِكَ تُبَوِّئُ الْمُؤْمِنِينَ مَقَاعِدَ لِلْقِتَالِ وَاللَّهُ سَمِيعٌ عَلِيمٌ۔ ਤੇ ਚੇਤੇ ਕਰੋ ਐ ਮਹਬੂਬ, ਜਦੋਂ ਸਵੇਰ ਦੇ ਵੇਲੇ ਤੁਸੀਂ ਆਪਣੇ ਦੌਲਤਖਾਨੇ ਵਿੱਚੋਂ ਬਾਹਰ ਆ ਕੇ ਮੁਸਲਮਾਨਾਂ ਨੂੰ ਲੜਾਈ ਦੇ ਮੋਰਚਿਆਂ ਤੇ ਡਿਊਟੀਆਂ ਲਾ ਰਹੇ ਸੀ, ਅੱਲਾਹ ਸੁਣਨ ਵਾਲਾ ਇਲਮ ਵਾਲਾ ਹੈ। إِذْ هَمَّ الطَّائِفَتَانِ مِنكُمْ أَن تَفْشَلَا وَاللَّهُ وَلِيُّهُمَا وَعَلَى اللَّهِ فَلْيَتَوَكَّلِ الْمُؤْمِنُونَ۔ ਜਦੋਂ ਤੁਹਾਡੇ ਵਿੱਚੋਂ ਦੋ ਗਰੋਹਾਂ ਨੇ ਦਿਲ ਵਿੱਚ ਫੈਸਲਾ ਕੀਤਾ ਕਿ ਅਸੀਂ ਬੁਜ਼ਦਲੀ ਵਿਖਾਈਏ, ਤੇ ਅੱਲਾਹ ਉਹਨਾਂ ਨੂੰ ਸੰਭਾਲਣ ਵਾਲਾ ਸੀ, ਤੇ ਅੱਲਾਹ ਉੱਤੇ ਹੀ ਮੁਸਲਮਾਨਾਂ ਨੂੰ ਭਰੋਸਾ ਕਰਨਾ ਚਾਹੀਦਾ ਹੈ। وَلَقَدْ نَصَرَكُمُ اللَّهُ بِبَدْرٍ وَأَنْتُمْ أَذِلَّةٌ فَاتَّقُوا اللَّهَ لَعَلَّكُمْ تَشْكُرُونَ۔ ਇਹਦੇ ਵਿੱਚ ਸ਼ੱਕ ਨਹੀਂ ਕਿ ਅੱਲਾਹ ਨੇ ਬਦਰ ਵਿੱਚ ਤੁਹਾਡੀ ਮਦਦ ਕੀਤੀ ਜਦੋਂ ਤੁਸੀਂ ਬਿਲਕੁਲ ਬੇਸਰੋ ਸਾਮਾਨ ਸੀ, ਤੇ ਅੱਲਾਹ ਤੋਂ ਡਰਦੇ ਰਹੋ ਤਾਂ ਕਿ ਤੁਸੀਂ ਸ਼ੁਕਰ ਕਰਨ ਵਾਲਿਆਂ ਵਿੱਚੋਂ ਬਣ ਜਾਓ। إِذْ تَقُولُ لِلْمُؤْمِنِينَ أَلَنْ يَكْفِيَكُمْ أَنْ يُمِدَّكُمْ رَبُّكُمْ ب3,000 مِّنَ الْمَلَائِكَةِ مُنزَلِينَ۔ ਚੇਤੇ ਕਰੋ ਐ ਮਹਬੂਬ, ਜਦੋਂ ਤੁਸੀਂ ਮੁਸਲਮਾਨਾਂ ਨੂੰ ਫਰਮਾ ਰਹੇ ਸੀ ਕਿ ਕੀ ਤੁਹਾਨੂੰ ਇਹ ਕਾਫੀ ਨਹੀਂ ਕਿ ਤੁਹਾਡਾ ਰੱਬ 3,000 ਫਰਿਸ਼ਤੇ ਨਾਜ਼ਿਲ ਕਰਕੇ ਤੁਹਾਡੀ ਇਮਦਾਦ ਕਰੇ। بَلَى إِن تَصْبِرُوا وَتَتَّقُوا وَيَأْتُوكُم مِّن فَوْرِهِمْ هَٰذَا يُمْدِدْكُمْ رَبُّكُم ب5,000 مِّنَ الْمَلَائِكَةِ مُسَوِّمِينَ۔ ਹਾਂ, ਕਿਉਂ ਨਹੀਂ, ਜੇ ਤੁਸੀਂ ਸਬਰ ਕਰੋ, ਤਕਵਾ ਇਖਤਿਆਰ ਕਰੋ, ਤੇ ਕਾਫਿਰ ਉਸੇ ਵੇਲੇ ਤੁਹਾਡੇ ਉੱਤੇ ਹਮਲਾ ਕਰ ਦੇਣ, ਤੇ ਤੁਹਾਡਾ ਰੱਬ 5,000 ਨਿਸ਼ਾਨ ਵਾਲੇ ਫਰਿਸ਼ਤਿਆਂ ਨਾਲ ਤੁਹਾਡੀ ਮਦਦ ਕਰੇਗਾ। وَمَا جَعَلَهُ اللَّهُ إِلَّا بُشْرَى لَكُمْ وَلِتَطْمَئِنَّ قُلُوبُكُم بِهِ وَمَا النَّصْرُ إِلَّا مِنْ عِندِ اللَّهِ الْعَزِيزِ الْحَكِيمِ۔ ਤੇ ਅੱਲਾਹ ਨੇ ਤੁਹਾਡੀ ਖੁਸ਼ੀ ਵਾਸਤੇ ਇਹ ਇਮਦਾਦ ਕੀਤੀ, ਉਹ ਇਸ ਲਈ ਕਿ ਤੁਹਾਡੇ ਦਿਲਾਂ ਨੂੰ ਚੈਨ ਮਿਲੇ। ਮਦਦ ਸਿਰਫ ਅੱਲਾਹ ਵੱਲੋਂ ਹੁੰਦੀ ਏ ਜਿਹੜਾ ਜ਼ਬਰਦਸਤ ਹਕਮਤ ਵਾਲਾ ਏ। لِيَقْطَعَ طَرَفًا مِّنَ الَّذِينَ كَفَرُوا
أو يكبتهم فينقلبوا خائبين। ਇਸ ਲਈ ਉਹ ਕਾਫਿਰਾਂ ਦਾ ਇੱਕ ਪਾਸਾ ਕੱਟ ਦੇਵੇ ਜਾਂ ਇਹਨਾਂ ਨੂੰ ਜ਼ਲੀਲ ਤੇ ਰੁਸਵਾ ਕਰ ਦੇਵੇ ਤੇ ਉਹ ਨਾਮੁਰਾਦ ਹੋ ਕੇ ਵਾਪਸ ਮੁੜ ਜਾਣ। ليس لك من الأمر شيء أو يتوب عليهم أو يعذبهم فإنهم ظالمون। ਐ ਹਬੀਬ, ਤੁਸਾਂ ਦਾ ਇਸ ਮਾਮਲੇ ਨਾਲ ਕੋਈ ਤਾਲੁਕ ਨਹੀਂ। ਅੱਲਾ ਚਾਹਵੇ ਤੇ ਇਹਨਾਂ ਨੂੰ ਤੋਬਾ ਦੀ ਤੌਫੀਕ ਦੇ ਦੇਵੇ ਤੇ ਚਾਹਵੇ ਤੇ ਇਹਨਾਂ ਨੂੰ ਅਜ਼ਾਬ ਵਿੱਚ ਪਾ ਦੇਵੇ, ਕਿਉਂ ਜੇ ਇਹ ਜ਼ਾਲਮ ਨੇ। وَلِلَّهِ مَا فِي السَّمَاوَاتِ وَمَا فِي الْأَرْضِ يَغْفِرُ لِمَن يَشَاءُ وَيُعَذِّبُ مَن يَشَاءُ وَاللَّهُ غَفُورٌ رَحِيمٌ। ਤੇ ਅੱਲਾ ਦਾ ਹੀ ਹੈ ਜੋ ਕੁਝ ਆਸਮਾਨਾਂ ਵਿੱਚ ਹੈ ਤੇ ਜੋ ਕੁਝ ਜ਼ਮੀਨ ਵਿੱਚ ਹੈ, ਜਿਹਨੂੰ ਚਾਹਵੇ ਬਖਸ਼ੇ, ਜਿਹਨੂੰ ਚਾਹਵੇ ਅਜ਼ਾਬ ਦੇਵੇ ਤੇ ਅੱਲਾਹ ਬਖਸ਼ਣ ਵਾਲਾ ਮਿਹਰਬਾਨ ਹੈ। يا أيها الذين آمنوا لا تأكلوا الربا أضعافا مضاعفة واتقوا الله لعلكم تفلحون۔ ਐ ਈਮਾਨ ਵਾਲਿਓ, ਦੂਣੇ ਦਾ ਵੀ ਦੂਣਾ ਸੂਦ ਨਾ ਖਾਓ ਤੇ ਅੱਲਾਹ ਤੋਂ ਡਰੋ ਇਸ ਆਸਤੇ ਕਿ ਤੁਹਾਨੂੰ ਕਾਮਯਾਬੀ ਮਿਲ ਜਾਵੇ। واتقوا النار التي أعدت للكافرين۔ ਤੇ ਉਸ ਅੱਗ ਤੋਂ ਬਚੋ ਜਿਹੜੀ ਕਾਫਿਰਾਂ ਲਈ ਤਿਆਰ ਕੀਤੀ ਗਈ ਹੈ। وأطيعوا الله والرسول لعلكم ترحمون۔ ਤੇ ਅੱਲਾਹ ਦੀ ਤੇ ਰਸੂਲ ਦੀ ਫਰਮਾਬਰਦਾਰੀ ਕਰਦੇ ਰਹੋ ਤਾਂ ਜੇ ਤੁਹਾਡੇ ਤੇ ਰਹਿਮ ਕੀਤਾ ਜਾਵੇ। وسارعوا إلى مغفرة من ربكم وجنة عرضها السماوات والأرض أعدت للمتقين۔ ਤੇ ਆਪਣੇ ਰੱਬ ਦੀ ਬਖਸ਼ਿਸ਼ ਤੇ ਉਸ ਜੰਨਤ ਵੱਲ ਭੱਜੋ ਜਿਹਦਾ ਵਾਅਦਾ ਆਸਮਾਨਾਂ ਤੇ ਜ਼ਮੀਨ ਦੇ ਬਰਾਬਰ ਹੈ, ਉਹ ਪਰਹੇਜ਼ਗਾਰਾਂ ਲਈ ਤਿਆਰ ਕੀਤੀ ਗਈ ਹੈ। الذين ينفقون في السراء والضراء والكاظمين الغيظ والعافين عن الناس والله يحب المحسنين۔ ਉਹ ਜਿਹੜੇ ਖੁਸ਼ਹਾਲੀ ਤੇ ਤੰਗਦਸਤੀ ਵਿੱਚ ਅੱਲਾ ਦੀ ਰਾਹ ਵਿੱਚ ਖਰਚ ਕਰਦੇ ਨੇ ਤੇ ਗੁੱਸਾ ਪੀ ਜਾਣ ਵਾਲੇ ਤੇ ਲੋਕਾਂ ਨੂੰ ਮਾਫ ਕਰਨ ਵਾਲੇ ਨੇ ਤੇ ਅੱਲਾਹ ਨੇਕ ਲੋਕਾਂ ਨਾਲ ਪਿਆਰ ਕਰਦਾ ਹੈ। والذين إذا فعلوا فاحشة أو ظلموا أنفسهم ذكروا الله فاستغفروا لذنوبهم ومن يغفر الذنوب إلا الله ولم يصروا على ما فعلوا وهم يعلمون۔ ਤੇ ਉਹ ਲੋਕ ਜਦੋਂ ਕੋਈ ਬੇਹਯਾਈ ਵਾਲਾ ਕੰਮ ਕਰਨ ਜਾਂ ਆਪਣੀਆਂ ਜਾਨਾਂ ਦੇ ਜ਼ੁਲਮ ਕਰਨ, ਅੱਲਾਹ ਨੂੰ ਯਾਦ ਕਰਕੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਤੇ ਅੱਲਾਹ ਤੋਂ ਅੱਡ ਹੋਰ ਕਿਹੜਾ ਗੁਨਾਹਾਂ ਨੂੰ ਮਾਫ ਕਰ ਸਕਦਾ ਏ। ਇਹ ਲੋਕ ਜਾਣ ਬੁੱਝ ਕੇ ਆਪਣੇ ਭੈੜੇ ਅਮਲਾਂ ਤੇ ਇਸਰਾਰ ਨਾ ਕਰਨ। أولئك جزاؤهم مغفرة من ربهم وجنات تجري من تحتها الأنهار خالدين فيها ونعم أجر العاملين۔ ਇਹ ਉਹ ਲੋਕ ਨੇ ਜਿਨ੍ਹਾਂ ਦਾ ਬਦਲਾ ਇਹਨਾਂ ਦੇ ਰੱਬ ਵੱਲੋਂ ਬਖਸ਼ਿਸ਼ ਹੈ
ਤੇ ਉਹ ਜੰਨਤਾਂ ਨੇ ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਪਈਆਂ ਨੇ। ਇਹ ਲੋਕ ਹਮੇਸ਼ਾ ਉਹਨਾਂ ਜੰਨਤਾਂ ਵਿੱਚ ਰਹਿਣਗੇ ਤੇ ਨੇਕ ਅਮਲ ਕਰਨ ਵਾਲਿਆਂ ਲਈ ਕਿੰਨਾ ਚੰਗਾ ਬਦਲਾ ਹੈ। قد خلت من قبلكم سنن فسيروا في الأرض فانظروا كيف كان عاقبة المكذبين। ਤੁਹਾਡੇ ਤੋਂ ਪਹਿਲਾਂ ਕਈ ਤਰੀਕੇ ਲੰਘ ਚੁੱਕੇ ਨੇ ਤੇ ਜ਼ਮੀਨ ਤੇ ਟੁਰ ਫਿਰ ਕੇ ਵੇਖੋ ਝੁਠਲਾਣ ਵਾਲਿਆਂ ਦਾ ਕੀ ਅੰਜਾਮ ਹੋਇਆ। هذا بيان للناس وهدى وموعظة للمتقين। ਇਹ ਲੋਕਾਂ ਲਈ ਇੱਕ ਬਿਆਨ ਤੇ ਰਾਹ ਵਿਖਾਉਣ ਵਾਲੀ ਏ ਤੇ ਪਰਹੇਜ਼ਗਾਰਾਂ ਲਈ ਨਸੀਹਤ ਏ। ولا تهنوا ولا تحزنوا وأنتم الأعلون إن كنتم مؤمنين। ਤੇ ਤੁਸੀਂ ਹਿੰਮਤ ਨਾ ਹਾਰੋ ਤੇ ਗਮ ਨਾ ਖਾਓ, ਜੇ ਤੁਸੀਂ ਈਮਾਨ ਵਾਲੇ ਹੋ ਤੇ ਤੁਸੀਂ ਗਾਲਬ ਆਓਗੇ। إن يمسسكم قرح فقد مس القوم قرح مثله وتلك الأيام نداولها بين الناس وليعلم الله الذين آمنوا ويتخذ منكم شهداء والله لا يحب الظالمين۔ ਜੇ ਤੁਹਾਨੂੰ ਕੋਈ ਤਕਲੀਫ ਅਪੜੀ ਏ ਤੇ ਉਹ ਲੋਕ ਵੀ ਉਸੇ ਵਰਗੀ ਤਕਲੀਫ ਪਾ ਚੁੱਕੇ ਨੇ ਤੇ ਇਹ ਦਿਨ ਨੇ ਜਿਹੜੇ ਅਸੀਂ ਲੋਕਾਂ ਦੇ ਵਿਚਕਾਰ ਫੇਰਦੇ ਰਹਿੰਦੇ ਆ ਤੇ ਇਹ ਇਸ ਲਈ ਹੁੰਦਾ ਏ ਕਿ ਅੱਲਾਹ ਈਮਾਨ ਵਾਲਿਆਂ ਦੀ ਪਹਿਚਾਨ ਕਰਾ ਦੇਵੇ ਤੇ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਸ਼ਹਾਦਤ ਦਾ ਦਰਜਾ ਦੇ ਦੇਵੇ ਤੇ ਅੱਲਾਹ ਜ਼ਾਲਿਮਾਂ ਨੂੰ ਪਸੰਦ ਨਹੀਂ ਕਰਦਾ। وَلِيُمَحِّصَ اللَّهُ الَّذِينَ آمَنُوا وَيَمْحَقَ الْكَافِرِينَ۔ ਤੇ ਅੱਲਾਹ ਇਸ ਲਈ ਕਈ ਮੁਸਲਮਾਨਾਂ ਨੂੰ ਨਿਖਾਰ ਦੇਵੇ ਤੇ ਕਾਫਿਰਾਂ ਨੂੰ ਮਿਟਾ ਦੇਵੇ। أَمْ حَسِبْتُمْ أَن تَدْخُلُوا الْجَنَّةَ وَلَمَّا يَعْلَمِ اللَّهُ الَّذِينَ جَاهَدُوا مِنكُمْ وَيَعْلَمَ الصَّابِرِينَ۔ ਕੀ ਤੁਸੀਂ ਇਹ ਖਿਆਲ ਕਰਦੇ ਹੋ ਕਿ ਤੁਸੀਂ ਜੰਨਤ ਵਿੱਚ ਚਲੇ ਜਾਓਗੇ ਤੇ ਅਜੇ ਤੇ ਅੱਲਾਹ ਨੇ ਮੁਜਾਹਿਦਾਂ ਦਾ ਇਮਤਿਹਾਨ ਨਹੀਂ ਲਿਆ, ਨਾ ਸਬਰ ਕਰਨ ਵਾਲਿਆਂ ਦੀ ਆਜ਼ਮਾਇਸ਼ ਕੀਤੀ ਹੈ। وَلَقَدْ كُنْتُمْ تَمَنَّوْنَ الْمَوْتَ مِنْ قَبْلِ أَنْ تَلْقَوْهُ فَقَدْ رَأَيْتُمُوهُ وَأَنْتُمْ تَنْظُرُونَ۔ ਤੁਸੀਂ ਤਾਂ ਮੌਤ ਦਾ ਸਾਹਮਣਾ ਕਰਨ ਤੋਂ ਪਹਿਲੇ ਤੇ ਇਸ ਦੀ ਤਮੰਨਾ ਕਰਦੇ ਸੋ, ਹੁਣ ਤੁਸੀਂ ਨੇ ਉਹਨੂੰ ਅੱਖਾਂ ਦੇ ਸਾਹਮਣੇ ਵੇਖ ਲਿਆ। وَمَا مُحَمَّدٌ إِلَّا رَسُولٌ قَدْ خَلَتْ مِن قَبْلِهِ الرُّسُلُ أَفَإِن مَّاتَ أَوْ قُتِلَ انقَلَبْتُمْ عَلَى أَعْقَابِكُمْ وَمَن يَنقَلِبْ عَلَى عَقِبَيْهِ فَلَن يَضُرَّ اللَّهَ شَيْئًا وَسَيَجْزِي اللَّهُ الشَّاكِرِينَ۔ ਤੇ ਮੁਹੰਮਦ ਸੱਲੱਲਾਹੁ ਅਲੈਹਿ ਵਆਲਿਹਿ ਵਸੱਲਮ ਇੱਕ ਰਸੂਲ ਹੀ ਨੇ। ਇਹਨਾਂ ਤੋਂ ਪਹਿਲਾਂ ਕਈ ਰਸੂਲ ਲੰਘ ਚੁੱਕੇ ਨੇ ਤੇ ਕੀ ਇਹ ਵਿਸਾਲ ਫਰਮਾ ਜਾਣ ਜਾਂ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ ਤੇ ਤੁਸੀਂ ਪੁੱਠੇ ਪੈਰ ਫਿਰ ਜਾਓਗੇ? ਤੇ ਜਿਹੜਾ ਪੁੱਠੇ ਪੈਣੀ ਫਿਰੇਗਾ ਉਹ ਅੱਲਾਹ ਦਾ ਕੁਝ ਨਹੀਂ ਵਿਗਾੜੇਗਾ ਤੇ ਬੜੀ ਛੇਤੀ ਅੱਲਾਹ ਸ਼ੁਕਰ ਕਰਨ ਵਾਲਿਆਂ ਨੂੰ ਅਜਰ ਦੇਵੇਗਾ। وَمَا كَانَ لِنَفْسٍ أَن تَمُوتَ إِلَّا بِإِذْنِ اللَّهِ كِتَابًا مُؤَجَّلًا وَمَن يُرِدْ ثَوَابَ الدُّنْيَا نُؤْتِهِ مِنْهَا وَمَن يُرِدْ ثَوَابَ الْآخِرَةِ نُؤْتِهِ
نؤته منها وسنجزي الشاكرين। ਤੇ ਕੋਈ ਵੀ ਜਾਨ ਅੱਲਾ ਦੇ ਹੁਕਮ ਤੋਂ ਬਿਨਾ ਮਰ ਨਹੀਂ ਸਕਦੀ। ਸਾਰਿਆਂ ਦਾ ਵਕਤ ਲਿਖਿਆ ਹੋਇਆ ਏ ਤੇ ਜਿਹੜਾ ਬੰਦਾ ਦੁਨੀਆ ਦਾ ਇਨਾਮ ਚਾਹੁੰਦਾ ਏ ਅਸੀਂ ਉਹਨੂੰ ਦੁਨੀਆ ਦਾ ਕੁਝ ਇਨਾਮ ਦੇ ਦਿਆਂਗੇ ਤੇ ਜਿਹੜਾ ਆਖਿਰਤ ਦਾ ਇਨਾਮ ਚਾਹੁੰਦਾ ਏ ਅਸੀਂ ਉਹਨੂੰ ਆਖਿਰਤ ਦਾ ਇਨਾਮ ਦੇ ਦਿਆਂਗੇ ਤੇ ਬੜੀ ਛੇਤੀ ਅਸੀਂ ਸ਼ੁਕਰ ਕਰਨ ਵਾਲਿਆਂ ਨੂੰ ਅਜਰ ਦੇ ਦਿਆਂਗੇ। وَكَأَيٍّ مِّن نَّبِيٍّ قَاتَلَ مَعَهُ رِبِّيُّونَ كَثِيرٌ فَمَا وَهَنُوا لِمَا أَصَابَهُمْ فِي سَبِيلِ اللَّهِ فما وهنوا لما أصابهم في سبيل الله وما ضعفوا وما استكانوا والله يحب الصابرين۔ ਤੇ ਕਿੰਨੇ ਹੀ ਨਬੀਆਂ ਨੇ ਜਿਹਾਦ ਕੀਤਾ, ਉਹਨਾਂ ਨਾਲ ਬਹੁਤ ਸਾਰੇ ਅੱਲਾਹ ਵਾਲੇ ਸਨ ਤੇ ਉਹਨਾਂ ਨੇ ਅੱਲਾਹ ਦੀ ਰਾਹ ਵਿੱਚ ਆਉਣ ਵਾਲੀਆਂ ਤਕਲੀਫਾਂ ਤੋਂ ਹਿੰਮਤ ਨਹੀਂ ਹਾਰੀ ਤੇ ਨਾ ਕਮਜ਼ੋਰੀ ਵਿਖਾਈ ਤੇ ਨਾ ਦੂਜਿਆਂ ਨੂੰ ਦੱਬੇ ਤੇ ਅੱਲਾਹ ਸਬਰ ਕਰਨ ਵਾਲਿਆਂ ਨਾਲ ਪਿਆਰ ਕਰਦਾ ਹੈ। وما كان قولهم إلا أن قالوا ربنا اغفر لنا ذنوبنا وإسرافنا في أمرنا وثبت أقدامنا وانصرنا على القوم الكافرين۔ ਤੇ ਉਹ ਆਪਣੀ ਇਸ ਦੁਆ ਤੋਂ ਅੱਡ ਕੁਝ ਵੀ ਨਹੀਂ ਕਹਿੰਦੇ ਸਨ ਕਿ ਐ ਸਾਡੇ ਰੱਬ ਸਾਡੇ ਗੁਨਾਹਾਂ ਨੂੰ ਤੇ ਸਾਡੇ ਮੁਆਮਲਿਆਂ ਵਿੱਚ ਜੋ ਸਾਥੋਂ ਜ਼ਿਆਦਤੀਆਂ ਹੋਈਆਂ ਉਹਨਾਂ ਨੂੰ ਬਖਸ਼ ਦੇ ਤੇ ਸਾਨੂੰ ਆਪਣੇ ਪੈਰਾਂ ਤੇ ਪੱਕਾ ਰੱਖ ਤੇ ਕਾਫਰਾਂ ਕੌਮ ਦੇ ਮੁਕਾਬਲੇ ਵਿੱਚ ਸਾਡੀ ਮਦਦ ਫਰਮਾ। فآتاهم الله ثواب الدنيا وحسن ثواب الآخرة والله يحب المحسنين۔ ਤੇ ਅੱਲਾਹ ਨੇ ਉਹਨਾਂ ਨੂੰ ਦੁਨੀਆ ਦਾ ਇਨਾਮ ਵੀ ਦਿੱਤਾ ਤੇ ਆਖਿਰਤ ਦਾ ਚੰਗਾ ਸਵਾਬ ਵੀ ਤੇ ਅੱਲਾਹ ਨੇਕੀ ਕਰਨ ਵਾਲਿਆਂ ਨਾਲ ਪਿਆਰ ਫਰਮਾਂਦਾ ਹੈ। يا أيها الذين آمنوا إن تطيعوا الذين كفروا يردوكم على أعقابكم فتنقلبوا خاسرين۔ ਐ ਈਮਾਨ ਵਾਲਿਓ ਜੇ ਤੁਸੀਂ ਕਾਫਰਾਂ ਦੇ ਕਹਿਣ ਤੇ ਤੁਰੇ ਤੇ ਉਹ ਤੁਹਾਨੂੰ ਪੁੱਠੇ ਪੈਰੀ ਫੇਰ ਦੇਣਗੇ ਫਿਰ ਤੁਸੀਂ घाटा चुक के परतोगे। बलिल्लाहु मौलाकुम वहुव खैरुन नासिरीन। बल्कि अल्लाह ही तुहाडा मददगार है ते ओ ही सब तो चंगा मदद करने वाला है। سنلقي في قلوب الذين كفروا الرعب بما أشركوا بالله ما لم ينزل به سلطانا ومأواهم النار وبئس مثوى الظالمين۔ बड़ी छेती ਅਸੀਂ ਕਾਫਿਰਾਂ ਦੇ ਦਿਲਾਂ ਵਿੱਚ ਰੋਹ ਪਾ ਦਿਆਂਗੇ ਕਿਉਂ ਜੇ ਉਹਨਾਂ ਨੇ ਅੱਲਾਹ ਦੇ ਨਾਲ ਇਹ ਜਿਹੀ ਸ਼ੈ ਨੂੰ ਸ਼ਰੀਕ ਬਣਾ ਦਿੱਤਾ ਜਿਹਦੀ ਅੱਲਾਹ ਨੇ ਕੋਈ ਦਲੀਲ ਨਾਜ਼ਿਲ ਨਹੀਂ ਕੀਤੀ ਤੇ ਇਹਨਾਂ ਦੀ ਅਖੀਰ ਅੱਗ ਹੈ ਤੇ ਉਹ ਜ਼ਾਲਿਮਾਂ ਦੀ ਕਿੱਡੀ ਭੈੜੀ ਥਾਂ ਹੈ। وَلَقَدْ صَدَقَكُمُ اللَّهُ وَعْدَهُ إِذْ تَحُسُّونَهُم بِإِذْنِهِ حَتَّى إذا فشلتم وتنازعتم في الأمر وعصيتم من بعد ما أراكم ما تحبون منكم من يريد الدنيا ومنكم من يريد الآخرة ثم
صرفكم عنهم ليبتليكم ولقد عفا عنكم والله ذو فضل على المؤمنين। ਇਹਦੇ ਵਿੱਚ ਸ਼ੱਕ ਨਹੀਂ ਕਿ ਅੱਲਾਹ ਨੇ ਤੁਹਾਨੂੰ ਆਪਣਾ ਵਾਅਦਾ ਸੱਚਾ ਕਰ ਵਿਖਾਇਆ ਜਦੋਂ ਤੁਸੀਂ ਉਹਦੇ ਹੁਕਮ ਨਾਲ ਕਾਫਿਰਾਂ ਨੂੰ ਕਤਲ ਕਰ ਰਹੇ ਸੀ, ਇੱਥੋਂ ਤੱਕ ਜਦੋਂ ਤੁਸੀਂ ਬੁਜ਼ਦਲੀ ਵਿਖਾਈ ਤੇ ਹੁਕਮ ਵਿੱਚ ਆਪਸ ਵਿੱਚ ਇਖਤਲਾਫ ਕੀਤਾ ਤੇ ਤੁਸੀਂ ਇਸ ਤੋਂ ਬਾਅਦ ਨਾਫਰਮਾਨੀ ਕੀਤੀ, ਜਦੋਂ ਅੱਲਾਹ ਤੁਹਾਨੂੰ ਉਹ ਕਾਮਯਾਬੀ ਵਿਖਾ ਚੁੱਕਿਆ ਸੀ ਜਿਹੜੀ ਤੁਸਾਂ ਨੂੰ ਪਸੰਦ ਸੀ। ਤੁਹਾਡੇ ਵਿੱਚ ਕੋਈ ਦੁਨੀਆ ਮੰਗਦਾ ਏ ਤੇ ਕੋਈ ਆਖਿਰਤ ਮੰਗਦਾ ਏ, ਫਿਰ ਉਹਨੇ ਤੁਹਾਡਾ ਮੂੰਹ ਉਹਨੇ ਤੋਂ ਫੇਰ ਦਿੱਤਾ ਤਾਂ ਕਿ ਤੁਹਾਨੂੰ ਅਜ਼ਮਾਇਆ ਜਾਵੇ। ਬਿਨਾਂ ਸ਼ੱਕ ਉਹਨੇ ਤੁਹਾਨੂੰ ਮੁਆਫ ਫਰਮਾ ਦਿੱਤਾ ਏ ਤੇ ਅੱਲਾਹ ਮੁਸਲਮਾਨਾਂ ਤੇ ਬੜਾ ਫਜ਼ਲ ਫਰਮਾਉਣ ਵਾਲਾ ਏ। إذ تصعدون ولا تلوون على أحد والرسول يدعوكم في أخراكم فأثابكم غما بغم لكي لا تحزنوا على ما فاتكم ولا ما أصابكم والله خبير بما تعملون। ਜਦੋਂ ਤੁਸੀਂ ਆਪਣੀ ਹੋੜ ਮੱਤ ਨਾਲ ਟੁਰਦੇ ਜਾਂਦੇ ਸੀ, ਪਿੱਛਾ ਭੌਂ ਕੇ ਵੀ ਨਹੀਂ ਵੇਖਦੇ ਸੀ ਤੇ ਪਿੱਛੇ ਰਹਿਣ ਜਾਣ ਵਾਲੀ ਦੂਜੀ ਜਮਾਤ ਵਿੱਚੋਂ ਸਾਡੇ ਰਸੂਲ ਤੁਹਾਨੂੰ ਆਵਾਜ਼ਾਂ ਦਿੰਦੇ ਪਏ ਸੀ ਤੇ ਅੱਲਾਹ ਨੇ ਤੁਸਾਂ ਨੂੰ ਗਮ ਦੇ ਬਦਲੇ ਗਮ ਦਿੱਤਾ ਤੇ ਮੁਆਫੀ ਇਸ ਦੇ ਦਿੱਤੀ ਜਿਹੜਾ ਤੁਹਾਡੇ ਹੱਥੋਂ ਨਿਕਲ ਗਿਆ। ਨਾ ਤਾਂ ਉਹਦੇ ਤੇ ਗਮ ਕਰੋ, ਨਾ ਹੀ ਜਿਹੜੀ ਤਕਲੀਫ ਤੁਹਾਨੂੰ ਅਪੜੀ ਏ ਤੇ ਅੱਲਾਹ ਤੁਹਾਡੇ ਕੰਮਾਂ ਦੀ ਪੂਰੀ ਖਬਰ ਰੱਖਦਾ ਹੈ। ثم أنزل عليكم من بعد الغم أمنة نعاسا يغشى طائفة منكم وطائفة قد أهمتهم أنفسهم يظنون بالله غير الحق وطائفة قد أهمتهم أنفسهم يظنون بالله غير الحق ظن الجاهلية يقولون هل لنا من الأمر من شيء قل إن الأمر كله لله يخفون في أنفسهم ما لا يبدون لك يقولون لو كان لنا من الأمر شيء ما قتلنا هاهنا قل لو كنتم في بيوتكم لبرز الذين كتب عليهم القتل إلى مضاجعهم وليبتلي الله ما في صدوركم وليمحص ما في قلوبكم والله عليم بذات الصدور۔ ਫਿਰ ਉਹਨੇ ਤੁਹਾਡੇ ਉੱਤੇ ਗਮ ਤੋਂ ਬਾਅਦ ਚੈਨ ਦੀ ਨੀਂਦਰ ਉਤਾਰੀ ਜਿਹੜੀ ਤੁਹਾਡੇ ਵਿੱਚੋਂ ਇੱਕ ਜੱਥੇ ਤੇ ਛਾ ਗਈ ਤੇ ਇੱਕ ਜੱਥਾ ਉਹ ਸੀ ਜਿਹਨੂੰ ਆਪਣੀ ਜਾਨ ਦੀ ਪਈ ਹੋਈ ਸੀ। ਉਹ ਅੱਲਾਹ ਤੇ ਨਾ ਹੱਕ ਗੁਮਾਨ ਕਰਦੇ ਸਨ, ਜਾਹਿਲੀਅਤ ਵਾਂਗ ਗੁਮਾਨ। ਉਹ ਕਹਿ ਰਹੇ ਸਨ ਕਿ ਕੀ ਇਸ ਮਾਮਲੇ ਵਿੱਚ ਸਾਡਾ ਵੀ ਇਖਤਿਆਰ ਹੈ? ਤੁਸੀਂ ਫਰਮਾ ਦਿਓ ਇਖਤਿਆਰ ਤੇ ਸਾਰਾ ਅੱਲਾਹ ਦਾ ਹੀ ਏ। ਇਹ ਆਪਣੇ ਦਿਲਾਂ ਵਿੱਚ ਉਹ ਗੱਲਾਂ ਲੁਕਾ ਕੇ ਰੱਖਦੇ ਨੇ ਜਿਹੜੀਆਂ ਤੁਹਾਡੇ ਉੱਤੇ ਜ਼ਾਹਿਰ ਨਹੀਂ ਕਰਦੇ। ਕਹਿੰਦੇ ਨੇ ਜੇਕਰ ਸਾਨੂੰ ਵੀ ਇਸ ਮਾਮਲੇ ਵਿੱਚ ਇਖਤਿਆਰ ਹੁੰਦਾ ਤੇ ਅਸੀਂ ਇੱਥੇ ਨਾ ਮਾਰੇ ਜਾਂਦੇ। ਐ ਹਬੀਬ ਤੁਸੀਂ ਫਰਮਾ ਦਿਓ ਜੇ ਤੁਸੀਂ ਆਪਣੇ ਘਰਾਂ ਵਿੱਚ ਵੀ ਹੁੰਦੇ ਜਿਨ੍ਹਾਂ ਦਾ ਮਾਰਿਆ ਜਾਣਾ ਲਿਖਿਆ ਜਾ ਚੁੱਕਿਆ ਸੀ, ਉਹ ਆਪਣੀ ਕਤਲ ਹੋਣ ਵਾਲੀ ਥਾਂ ਵੱਲ ਨਿਕਲ ਕੇ ਆ ਜਾਂਦੇ। ਤੇ ਇਹ ਇਸ ਲਈ ਹੋਇਆ ਕਿ ਅੱਲਾਹ
ਤੁਹਾਡੇ ਦਿਲਾਂ ਦੀ ਗੱਲ ਆਜ਼ਮਾਏ ਤੇ ਜੋ ਕੁਝ ਤੁਹਾਡੇ ਦਿਲ ਵਿੱਚ ਲੁਕਿਆ ਏ ਉਹਨੂੰ ਖੋਲ ਕੇ ਰੱਖ ਦੇਵੇ ਤੇ ਅੱਲਾਹ ਦਿਲਾਂ ਦੀ ਗੱਲ ਜਾਣਦਾ ਏ। إن الذين تولوا منكم يوم التقى الجمعان إنما استزلهم الشيطان ببعض ما كسبوا وَلَقَدْ عَفَا اللَّهُ عَنْهُمْ إِنَّ اللَّهَ غَفُورٌ حَلِيمٌ। ਬਿਨਸ਼ੱਕ ਤੁਹਾਡੇ ਵਿੱਚੋਂ ਉਹ ਲੋਕ ਜਿਹੜੇ ਭੱਜ ਗਏ ਜਿਸ ਦਿਨ ਦੋਹਾਂ ਫੌਜਾਂ ਦੀ ਜੰਗ ਹੋਈ, ਜਿਨ੍ਹਾਂ ਨੂੰ ਸ਼ੈਤਾਨ ਨੇ ਉਹਨਾਂ ਦੇ ਬਾਜ਼ ਅਮਲਾਂ ਦੇ ਪਾਰੋਂ ਫਿਸਲਾ ਦਿੱਤਾ, ਤੇ ਬਿਨਾਂ ਸ਼ੱਕ ਅੱਲਾਹ ਨੇ ਇਹਨਾਂ ਨੂੰ ਮਾਫ ਫਰਮਾ ਦਿੱਤਾ ਏ। ਬਿਨਾਂ ਸ਼ੱਕ ਅੱਲਾਹ ਵੱਡਾ ਬਖਸ਼ਣਹਾਰ, ਵੱਡਾ ਹਲੀਮ ਏ। يا أيها الذين آمنوا لا تكونوا كالذين كفروا وقالوا لإخوانهم إذا ضربوا في الأرض أو كانوا غزا لو كانوا عندنا ما ماتوا وما قتلوا ليجعل الله ذلك حسرة في قلوبهم والله يحيي ويميت والله بما تعملون بصير۔ ਐ ਈਮਾਨ ਵਾਲਿਓ, ਉਹਨਾਂ ਕਾਫਰਾਂ ਵਰਗੇ ਨਾ ਹੋ ਜਾਇਆ ਜੇ ਜਿਨ੍ਹਾਂ ਆਪਣੇ ਭਰਾਵਾਂ ਬਾਰੇ ਆਖਿਆ ਜਦੋਂ ਉਹ ਸਫ਼ਰ ਜਾਂ ਜਿਹਾਦ ਤੇ ਗਏ, ਤੇ ਜੇਕਰ ਇਹ ਸਾਡੇ ਕੋਲ ਹੁੰਦੇ ਤੇ ਨਾ ਮਰਦੇ ਨਾ ਕਤਲ ਕੀਤੇ ਜਾਂਦੇ। ਇਹਨਾਂ ਵਾਂਗ ਇਹ ਨਾ ਆਖੋ ਤਾਂ ਕਿ ਅੱਲਾਹ ਇਹਨਾਂ ਦੇ ਦਿਲਾਂ ਵਿੱਚ ਇਸ ਗੱਲ ਦਾ ਅਫਸੋਸ ਪਾ ਦੇਵੇ, ਤੇ ਅੱਲਾਹ ਹੀ ਜ਼ਿੰਦਾ ਰੱਖਦਾ ਤੇ ਮਾਰਦਾ ਏ। ਅੱਲਾਹ ਤੁਹਾਡੇ ਸਾਰੇ ਅਮਲਾਂ ਨੂੰ ਚੰਗੀ ਤਰ੍ਹਾਂ ਵੇਖ ਰਿਹਾ ਏ। وَلَئِن قُتِلْتُمْ فِي سَبِيلِ اللَّهِ أَوْ مُتُّمْ لَمَغْفِرَةٌ مِّنَ اللَّهِ وَرَحْمَةٌ خَيْرٌ مِّمَّا يَجْمَعُونَ۔ ਬਿਨਾਂ ਸ਼ੱਕ ਜੇਕਰ ਤੁਸੀਂ ਅੱਲਾਹ ਦੇ ਰਸਤੇ ਵਿੱਚ ਸ਼ਹੀਦ ਕਰ ਦਿੱਤੇ ਜਾਓ ਜਾਂ ਮਰ ਜਾਓ, ਤੇ ਅੱਲਾਹ ਦੀ ਬਖਸ਼ਿਸ਼ ਤੇ ਰਹਿਮਤ ਇਸ ਦੁਨੀਆ ਤੋਂ ਚੰਗੀ ਏ ਜਿਹੜੀ ਇਹ ਜਮਾ ਕਰ ਰਹੇ ਨੇ। وَلَئِن مُتُّمْ أَوْ قُتِلْتُمْ لَإِلَى اللَّهِ تُحْشَرُونَ۔ ਤੇ ਜੇਕਰ ਤੁਸੀਂ ਮਰ ਜਾਓ ਜਾਂ ਮਾਰੇ ਜਾਓ, ਹਰ ਹਾਲ ਵਿੱਚ ਤੁਸੀਂ ਅੱਲਾਹ ਦੀ ਬਾਰਗਾਹ ਵਿੱਚ ਜਮਾ ਕੀਤੇ ਜਾਓਗੇ। فَبِمَا رَحْمَةٍ مِّنَ اللَّهِ لِنتَ لَهُمْ وَلَوْ كُنتَ فَظًّا غَلِيظَ الْقَلْبِ لَانفَضُّوا مِنْ حَوْلِكَ فَاعْفُ عَنْهُمْ وَاسْتَغْفِرْ لَهُمْ وَشَاوِرْهُمْ فِي الْأَمْرِ فَإِذَا عَزَمْتَ فَتَوَكَّلْ عَلَى اللَّهِ إِنَّ اللَّهَ يُحِبُّ الْمُتَوَكِّلِينَ۔ ਤੇ ਐ ਹਬੀਬ, ਅੱਲਾਹ ਦੀ ਕਿੰਨੀ ਵੱਡੀ ਮਿਹਰਬਾਨੀ ਹੈ ਕਿ ਤੁਸੀਂ ਇਹਨਾਂ ਲਈ ਨਰਮ ਦਿਲ ਜੇ, ਤੇ ਜੇਕਰ ਤੁਸੀਂ ਤਿੱਖੇ ਮਿਜ਼ਾਜ ਸਖਤ ਦਿਲ ਹੁੰਦੇ ਤੇ ਇਹ ਲੋਕ ਜ਼ਰੂਰ ਤੁਹਾਡੇ ਕੋਲੋਂ ਨਸ ਜਾਂਦੇ, ਤੇ ਤੁਸੀਂ ਇਹਨਾਂ ਨੂੰ ਮੁਆਫ ਕਰਦੇ ਰਹੋ ਤੇ ਇਹਨਾਂ ਲਈ ਮਗਫਿਰਤ ਦੀ ਦੁਆ ਕਰਦੇ ਰਹੋ ਤੇ ਕੰਮਾਂ ਵਿੱਚ ਇਹਨਾਂ ਕੋਲੋਂ ਮਸ਼ਵਰਾ ਲੈਂਦੇ ਰਹੋ। ਫਿਰ ਜਦੋਂ ਕਿਸੇ ਗੱਲ ਦਾ ਪੱਕਾ ਇਰਾਦਾ ਕਰ ਲਵੋ ਤੇ ਅੱਲਾਹ ਤੇ ਭਰੋਸਾ ਕਰੋ। ਬਿਨਾਂ ਸ਼ੱਕ ਅੱਲਾਹ ਤਵੱਕਲ ਕਰਨ ਵਾਲਿਆਂ ਨਾਲ ਮੁਹੱਬਤ ਕਰਦਾ ਹੈ। إِن يَنصُرْكُمُ اللَّهُ فَلَا غَالِبَ لَكُمْ وَإِن يَخْذُلْكُمْ فَمَن ذَا الَّذِي يَنصُرُكُم مِّن بَعْدِهِ وَعَلَى اللَّهِ فَلْيَتَوَكَّلِ الْمُؤْمِنُونَ۔ ਜੇਕਰ ਅੱਲਾਹ ਤੁਹਾਡੀ ਇਮਦਾਦ ਕਰੇ ਤੇ ਕੋਈ ਤੁਹਾਡੇ ਤੇ ਗਾਲਿਬ ਨਹੀਂ ਹੋ ਸਕਦਾ, ਤੇ ਜੇ ਉਹ ਤੁਹਾਨੂੰ ਛੱਡ ਦੇਵੇ ਤੇ ਫਿਰ ਇਸ ਦੇ ਬਾਅਦ ਕਿਹੜਾ ਤੁਹਾਡੀ ਮਦਦ ਕਰ ਸਕਦਾ ਹੈ। ਤੇ ਮੁਸਲਮਾਨਾਂ ਨੂੰ ਅੱਲਾਹ ਤੇ ਹੀ ਤਵੱਕੁਲ ਕਰਨਾ ਚਾਹੀਦਾ ਹੈ।
وما كان لنبي أن يغل ومن يغل يأت بما غل يوم القيامة ثم توفى كل نفس ما كسبت وهم لا يظلمون ਤੇ ਕਿਸੇ ਨਬੀ ਦਾ ਖਿਆਨਤ ਕਰਨਾ ਮੁਮਕਿਨ ਹੀ ਨਹੀਂ ਤੇ ਜਿਹੜਾ ਖਿਆਨਤ ਕਰੇ ਤੇ ਉਹ ਕਿਆਮਤ ਦੇ ਦਿਹਾੜੇ ਉਸ ਚੀਜ਼ ਨੂੰ ਲੈ ਕੇ ਆਵੇਗਾ ਜਿਹਦੇ ਵਿੱਚ ਉਹਨੇ ਖਿਆਨਤ ਕੀਤੀ ਹੋਵੇਗੀ ਫਿਰ ਹਰ ਬੰਦੇ ਨੂੰ ਉਹਦੇ ਆਮਾਲ ਦਾ ਪੂਰਾ ਪੂਰਾ ਬਦਲਾ ਦਿੱਤਾ ਜਾਵੇਗਾ ਤੇ ਇਹਨਾਂ ਉੱਤੇ ਜ਼ੁਲਮ ਨਹੀਂ ਕੀਤਾ ਜਾਵੇਗਾ أفمن اتبع رضوان الله كمن باء بسخط من الله ومأواه جهنم وبئس المصير ਕੀ ਉਹ ਬੰਦਾ ਜਿਹੜਾ ਅੱਲਾ ਦੀ ਰਜ਼ਾ ਪਿੱਛੇ ਟੁਰਿਆ ਉਹ ਉਸ ਬੰਦੇ ਵਾਂਗੇ ਜਿਹੜਾ ਅੱਲਾ ਦੇ ਗਜ਼ਬ ਵਿੱਚ ਆ ਗਿਆ ਤੇ ਉਹਦਾ ਰਹਿਣ ਦੋਜ਼ਖ ਹੋਇਆ ਤੇ ਉਹ ਕਿੰਨਾ ਹੀ ਭੈੜਾ ਠਿਕਾਣਾ ਹੈ هم درجات عند الله والله بصير بما يعملون ਲੋਕਾਂ ਦੇ ਅੱਲਾਹ ਦੀ ਬਾਰਗਾਹ ਵਿੱਚ ਵੱਖਰੇ ਵੱਖਰੇ ਦਰਜੇ ਨੇ ਤੇ ਅੱਲਾਹ ਇਹਨਾਂ ਦੇ ਸਾਰੇ ਕੰਮਾਂ ਨੂੰ ਵੇਖ ਰਿਹਾ ਹੈ لقد من الله على المؤمنين إذ بعث فيهم رسولا من أنفسهم يتلو عليهم آياته ويزكيهم ويعلمهم الكتاب والحكمة وَإِن كَانُوا مِن قَبْلُ لَفِي ضَلَالٍ مُبِينٍ ਇਹਦੇ ਵਿੱਚ ਸ਼ੱਕ ਨਹੀਂ ਕਿ ਅੱਲਾਹ ਨੇ ਈਮਾਨ ਵਾਲਿਆਂ ਤੇ ਵੱਡਾ ihsan ਫਰਮਾਇਆ ਜਦੋਂ ਇਹਨਾਂ ਵਿੱਚ ਇੱਕ ਰਸੂਲ ਭੇਜਿਆ ਜਿਹੜਾ ਇਹਨਾਂ ਵਿੱਚੋਂ ਹੀ ਹੈ ਉਹ ਇਹਨਾਂ ਦੇ ਸਾਹਮਣੇ ਅੱਲਾਹ ਦੀਆਂ ਆਇਤਾਂ ਤਿਲਾਵਤ ਕਰਦਾ ਹੈ ਤੇ ਇਹਨਾਂ ਨੂੰ ਪਾਕ ਕਰਦਾ ਹੈ ਤੇ ਇਹਨਾਂ ਨੂੰ ਕਿਤਾਬ ਤੇ ਦਨਾਈ ਦੀ ਤਾਲੀਮ ਦਿੰਦਾ ਹੈ ਅਗਰਚੇ ਇਹ ਲੋਕ ਇਸ ਤੋਂ ਪਹਿਲੇ ਪੱਕ ਨਾਲ ਗੂੜੇ ਹਨੇਰੇ ਵਿੱਚ ਪਏ ਹੋਏ ਸਨ أَوَلَمَّا أَصَابَتْكُم مُّصِيبَةٌ قَدْ أَصَبْتُم مِّثْلَيْهَا قُلْتُمْ أَنَّىٰ هَٰذَا قُلْ هُوَ مِنْ عِندِ أَنفُسِكُمْ إِنَّ اللَّهَ عَلَى كُلِّ شَيْءٍ قَدِيرٌ ਕੀ ਜਦੋਂ ਤੁਹਾਨੂੰ ਕੋਈ ਇਹੋ ਜਿਹੀ ਤਕਲੀਫ ਅਪੜੀ ਜਿਸ ਤੋਂ ਦੂਣੀ ਤਕਲੀਫ ਤੁਸੀਂ ਅਪੜਾ ਚੁੱਕੇ ਸੀ ਤੇ ਤੁਸੀਂ ਕਹਿਣ ਲੱਗ ਪਏ ਇਹ ਕਿੱਥੋਂ ਆ ਗਈ ਐ ਹਬੀਬ ਤੁਸੀਂ ਫਰਮਾ ਦਿਓ ਐ ਲੋਕੋ ਇਹ ਤੁਹਾਡੇ ਆਪਣੇ ਵੱਲੋਂ ਹੀ ਆਈ ਏ ਬਿਨਾਂ ਸ਼ੱਕ ਅੱਲਾਹ हर चीज से कुदरत रखता है وما أصابكم يوم التقى الجمعان فبإذن الله وليعلم المؤمنين ਤੇ ਦੋ ਗਰੋਹਾਂ ਦੇ ਵਿੱਚ ਮੁਕਾਬਲੇ ਦੇ ਦਿਹਾੜੇ ਤੁਹਾਨੂੰ ਜਿਹੜੀ ਤਕਲੀਫ ਅਪੜੀ ਉਹ ਅੱਲਾਹ ਦੇ ਹੁਕਮ ਤੋਂ ਸੀ ਉਹ ਇਸ ਲਈ ਅਪੜੀ ਕਿ ਅੱਲਾਹ ਈਮਾਨ ਵਾਲਿਆਂ ਦੀ ਪਹਿਚਾਨ ਕਰਾ ਦੇਵੇ وَلِيَعْلَمَ الَّذِينَ نَافَقُوا وَقِيلَ لَهُمْ تَعَالَوْا قَاتِلُوا فِي سَبِيلِ اللَّهِ أَوِ ادْفَعُوا قَالُوا لَوْ نَعْلَمُ قِتَالًا لَاتَّبَعْنَاكُمْ هُمْ لِلْكُفْرِ يَوْمَئِذٍ أَقْرَبُ مِنْهُمْ لِلْإِيمَانِ يقولون بأفواههم ما ليس في قلوبهم والله أعلم بما يكتمون ਤੇ ਇਸ ਲਈ ਅਪੜੀ ਕਿ ਅੱਲਾਹ ਮੁਨਾਫਿਕਾਂ ਦੀ ਪਹਿਚਾਨ ਕਰਾ ਦੇਵੇ ਤੇ ਜਦੋਂ ਇਹਨਾਂ ਨੂੰ ਆਖਿਆ ਗਿਆ ਆਓ ਅੱਲਾਹ ਦੇ ਰਸਤੇ ਵਿੱਚ ਲੜੋ ਜਾਂ ਦੁਸ਼ਮਣਾਂ ਤੋਂ ਦਿਫਾ ਕਰੋ ਕਹਿਣ ਲਗੇ ਜੇਕਰ ਅਸਾਂ ਚੰਗੀ ਤਰ੍ਹਾਂ ਲੜਾਈ ਕਰਨੀ ਜਾਣਦੇ ਜਾਂ ਕਹਿਣ ਲਗੇ ਕਿ ਜੇਕਰ ਅਸਾਂ ਇਸ ਲੜਾਈ ਨੂੰ ਸਹੀ ਸਮਝਦੇ ਤੇ ਜ਼ਰੂਰ ਤੁਹਾਡਾ ਸਾਥ ਦੇਂਦੇ ਇਹ ਲੋਕ ਉਸ ਦਿਨ ਜ਼ਾਹਿਰੀ ਈਮਾਨ ਨਾਲੋਂ
खुले कुफर दे चौके नेड़े सन। अपने मूंहों ਉਹ ਗੱਲਾਂ ਕਹਿੰਦੇ ਨੇ ਜਿਹੜੀਆਂ ਉਹਨਾਂ ਦੇ ਦਿਲਾਂ ਵਿੱਚ ਨਹੀਂ ਤੇ ਅੱਲਾਹ ਚੰਗੀ ਤਰ੍ਹਾਂ ਜਾਣਦਾ ਹੈ ਜਿਹੜੀਆਂ ਗੱਲਾਂ ਇਹ ਲੁਕਾ ਰਹੇ ਨੇ। الذين قالوا لإخوانهم وقعدوا لو أطاعونا ما قتلوا قل فادرءوا عن أنفسكم الموت إن كنتم صادقين। ਉਹ ਜਿਨ੍ਹਾਂ ਨੇ ਆਪਣੇ ਭਰਾਵਾਂ ਬਾਰੇ ਆਖਿਆ ਤੇ ਆਪ ਬੈਠੇ ਰਹੇ ਕਿ ਉਹ ਸਾਡੀ ਗੱਲ ਮੰਨ ਲੈਂਦੇ ਤੇ ਨਾ ਮਾਰੇ ਜਾਂਦੇ। ਤੇ ਤੁਸੀਂ ਫਰਮਾ ਦਿਓ ਐ ਹਬੀਬ ਜੇਕਰ ਤੁਸੀਂ ਸੱਚੇ ਹੋ ਤੇ ਆਪਣੇ ਕੋਲੋਂ ਮੌਤ ਦੂਰ ਕਰਕੇ ਵਿਖਾਓ। ولا تحسبن الذين قتلوا في سبيل الله أمواتا بل أحياء عند ربهم يرزقون। ਤੇ ਜਿਹੜੇ ਅੱਲਾਹ ਦੇ ਰਸਤੇ ਵਿੱਚ ਮਾਰੇ ਗਏ ਇਹਨਾਂ ਨੂੰ ਕਦੇ ਵੀ ਮੁਰਦਾ ਨਾ ਖਿਆਲ ਕਰਨਾ ਬਲਕਿ ਉਹ ਆਪਣੇ ਰੱਬ ਦੇ ਕੋਲ ਜ਼ਿੰਦਾ ਨੇ ਉਹਨਾਂ ਨੂੰ ਰਿਜ਼ਕ ਦਿੱਤਾ ਜਾਂਦਾ ਹੈ। فرحين بما آتاهم الله من فضله ويستبشرون بالذين لم يلحقوا بهم من خلفهم ويستبشرون بالذين لم يلحقوا بهم من خلفهم ألا خوف عليهم ولا هم يحزنون۔ ਉਹਦੇ ਤੇ ਖੁਸ਼ ਨੇ ਜਿਹੜਾ ਅੱਲਾਹ ਨੇ ਉਹਨਾਂ ਨੂੰ ਆਪਣੇ ਫਜ਼ਲ ਨਾਲ ਦਿੱਤਾ ਹੈ ਤੇ ਉਹ ਆਪਣੇ ਪਿੱਛੇ ਰਹਿ ਜਾਣ ਵਾਲਿਆਂ ਭਰਾਵਾਂ ਉੱਤੇ ਵੀ ਖੁਸ਼ ਨੇ ਜਿਹੜੇ ਅਜੇ ਇਹਨਾਂ ਨਾਲ ਨਹੀਂ ਮਿਲੇ ਕਿ ਇਹਨਾਂ ਉੱਤੇ ਨਾ ਕੋਈ ਡਰ ਹੈ ਤੇ ਨਾ ਹੀ ਉਹ ਗਮ ਵਿੱਚ ਹੋਣਗੇ। يستبشرون بنعمة من الله وفضل وأن الله لا يضيع أجر المؤمنين۔ ਉਹ ਅੱਲਾਹ ਦੀਆਂ ਨਿਮਤਾਂ ਤੇ ਫਜ਼ਲ ਤੇ ਖੁਸ਼ੀਆਂ ਮਨਾ ਰਹੇ ਨੇ ਤੇ ਇਸ ਗੱਲ ਉੱਤੇ ਕਿ ਅੱਲਾਹ ईमान वालियां दा अजर जाया नहीं करेगा। الذين استجابوا لله والرسول من بعد ما أصابهم القرح للذين أحسنوا منهم واتقوا أجر عظيم۔ ते ओ लोग जेड़े अल्लाह ते अल्लाह दे रसूल दे सद्दे ते ਜ਼ਖਮੀ ਹੋਣ ਦੇ ਬਾਵਜੂਦ ਫੌਰਨ ਹਾਜ਼ਰ ਹੋ ਗਏ ਇਹਨਾਂ ਨੇਕ ਬੰਦਿਆਂ ਤੇ ਪਰਹੇਜ਼ਗਾਰਾਂ ਲਈ ਚੌਖਾ ਸਵਾਬ ਹੈ। الذين قال لهم الناس إن الناس قد جمعوا لكم فاخشوهم فزادهم إيمانا وقالوا حسبنا الله ونعم الوكيل۔ ਇਹ ਉਹ ਲੋਕ ਨੇ ਕਿ ਜਿਨ੍ਹਾਂ ਨੂੰ ਲੋਕਾਂ ਨੇ ਆਖਿਆ ਕਿ ਲੋਕਾਂ ਨੇ ਤੁਹਾਡੇ ਲਈ ਇੱਕ ਲਿਸ਼ਕਰ ਇਕੱਠਾ ਕਰ ਲਿਆ ਏ ਤੇ ਇਹਨਾਂ ਤੋਂ ਡਰੋ ਤੇ ਇਹਨਾਂ ਦੇ ਈਮਾਨ ਹੋਰ ਇਜ਼ਾਫਾ ਹੋ ਗਿਆ ਤੇ ਆਖਣ ਲਗੇ ਸਾਨੂੰ ਅੱਲਾਹ ਕਾਫੀ ਏ ਤੇ ਕਿੰਨਾ ਹੀ ਚੰਗਾ ਕਾਰਸਾਜ਼ ਏ। فانقلبوا بنعمة من الله وفضل لم يمسسهم سوء واتبعوا رضوان الله والله ذو فضل عظيم۔ फिर अल्लाह दे एहसान ते फजल नाल पिछा परते इन्हां नूं कोई तकलीफ नहीं अपड़ी ते उन्हां अल्लाह दी रज़ा दी पैरवी कीती ते अल्लाह बड़े फजल वाला है। إنما ذلكم الشيطان يخوف أولياءه فلا تخافوهم وخافون إن كنتم مؤمنين۔ ते बिना शक ओ शैतान ही है जेड़ा अपने बेलियां नूं डरांदा है ते तुसी इन्हां तों ना डरो ते मेरे तों डरो जेकर तुसी ईमान वाले जे।
ولا يحزنك الذين يسارعون في الكفر إنهم لن يضروا الله شيئا يريد الله ألا يجعل لهم حظا في الآخرة ولهم عذاب عظيم۔ ਤੇ ਐ ਮਹਬੂਬ ਤੁਸੀਂ ਇਹਨਾਂ ਦਾ ਕੁਝ ਗਮ ਨਾ ਕਰੋ ਜਿਹੜੇ ਕੁਫਰ ਵਿੱਚ ਭੱਜੇ ਜਾਂਦੇ ਨੇ ਤੇ ਉਹ ਅੱਲਾਹ ਦਾ ਕੁਝ ਨਹੀਂ ਵਿਗਾੜ ਸਕਣਗੇ। ਅੱਲਾਹ ਚਾਹੁੰਦਾ ਏ ਇਹਨਾਂ ਦਾ ਆਖਰਤ ਵਿੱਚ ਕੋਈ ਹਿੱਸਾ ਨਾ ਰੱਖੇ ਤੇ ਇਹਨਾਂ ਲਈ ਵੱਡਾ ਅਜ਼ਾਬ ਏ। إن الذين اشتروا الكفر بالإيمان لن يضروا الله شيئا ولهم عذاب أليم۔ ਇਹਦੇ ਵਿੱਚ ਸ਼ੱਕ ਨਹੀਂ ਉਹ ਲੋਕ ਜਿਨ੍ਹਾਂ ਨੇ ਈਮਾਨ ਛੱਡ ਕੇ ਕੁਫਰ ਇਖਤਿਆਰ ਕੀਤਾ ਉਹ ਕਦੇ ਵੀ ਅੱਲਾਹ ਦਾ ਕੁਝ ਨਹੀਂ ਵਿਗਾੜ ਸਕਣਗੇ ਤੇ ਇਹਨਾਂ ਲਈ ਦਰਦਨਾਕ ਅਜ਼ਾਬ ਹੈ। ولا يحسبن الذين كفروا أنما نملي لهم خير لأنفسهم إنما نملي لهم ليزدادوا إثما ولهم عذاب مهين۔ ਤੇ ਕਾਫਿਰ ਕਦੀ ਵੀ ਇਹ ਗੁਮਾਨ ਨਾ ਰੱਖਣ ਕਿ ਅਸੀਂ ਇਹਨਾਂ ਨੂੰ ਜਿਹੜੀ ਢਿੱਲ ਦੇ ਰਹੇ ਹਾਂ ਇਹ ਇਹਨਾਂ ਵਾਸਤੇ ਚੰਗੀ ਏ। ਅਸੀਂ ਤਾਂ ਸਿਰਫ ਇਸ ਤੇ ਇਹਨਾਂ ਨੂੰ ਢਿੱਲ ਦੇ ਰਹੇ ਹਾਂ ਕਿ ਇਹਨਾਂ ਦੇ ਗੁਨਾਹ ਹੋਰ ਚੋਖੇ ਹੋ ਜਾਣ ਤੇ ਇਹਨਾਂ ਲਈ ਜ਼ਿਲਤ ਦਾ ਅਜ਼ਾਬ ਏ। ما كان الله ليذر المؤمنين على ما أنتم عليه حتى يميز الخبيث من الطيب وما كان الله ليطلعكم على الغيب ولكن الله يجتبي من رسله من يشاء فآمنوا بالله ورسله وإن تؤمنوا وتتقوا فلكم أجر عظيم۔ ਅੱਲਾ ਦੀ ਇਹ ਸ਼ਾਨ ਨਹੀਂ ਕਿ ਮੁਸਲਮਾਨਾਂ ਨੂੰ ਇਸ ਹਾਲ ਵਿੱਚ ਛੱਡੇ ਜਿਸ ਉੱਤੇ ਹੁਣ ਤੁਸੀਂ ਹੋ ਜਦੋਂ ਤੱਕ ਉਹ ਨਾਪਾਕਾਂ ਨੂੰ ਪਾਕਾਂ ਤੋਂ ਵੱਖ ਨਾ ਕਰ ਦੇਵੇ। ਤੇ ਐ ਆਮ ਲੋਕੋ ਅੱਲਾਹ ਤੁਹਾਨੂੰ ਗੈਬ ਦਾ ਇਲਮ ਨਹੀਂ ਦਿੰਦਾ। ਹਾਂ ਅੱਲਾਹ ਆਪਣੇ ਰਸੂਲਾਂ ਵਿੱਚੋਂ ਚੁਣ ਲੈਂਦਾ ਏ ਜਿਹਨੂੰ ਚਾਹੁੰਦਾ ਏ ਤੇ ਤੁਸੀਂ ਅੱਲਾਹ ਉੱਤੇ ਤੇ ਉਹਦੇ ਰਸੂਲਾਂ ਉੱਤੇ ਈਮਾਨ ਲਿਆਓ ਤੇ ਜੇਕਰ ਤੁਸੀਂ ਈਮਾਨ ਲਿਆਓ ਤੇ ਪਰਹੇਜ਼ਗਾਰ ਬਣੋ ਤੇ ਤੁਹਾਡੇ ਲਈ ਬਹੁਤ ਵੱਡਾ ਸਵਾਬ ਏ۔ ولا يحسبن الذين يبخلون بما آتاهم الله من فضله هو خيرا لهم بل هو شر لهم سيطوقون ما بخلوا به يوم القيامة ولله ميراث السماوات والأرض والله بما تعملون خبير۔ ਤੇ ਜਿਹੜੇ ਲੋਕ ਇਸ ਚੀਜ਼ ਵਿੱਚ ਬੁਖਲ ਕਰਦੇ ਨੇ ਜਿਹੜੀ ਅੱਲਾਹ ਨੇ ਇਹਨਾਂ ਨੂੰ ਆਪਣੇ ਫਜ਼ਲ ਤੋਂ ਦਿੱਤੀ ਏ ਉਹ ਕਦੀ ਵੀ ਇਹਨੂੰ ਆਪਣੇ ਲਈ ਚੰਗਾ ਨਾ ਸਮਝਣ ਬਲਕਿ ਇਹ ਬੁਖਲ ਇਹਨਾਂ ਲਈ ਭੈੜਾ ਏ। ਬੜੀ ਛੇਤੀ ਕਿਆਮਤ ਵਾਲੇ ਦਿਨ ਇਹਨਾਂ ਦੇ ਗਲਿਆਂ ਵਿੱਚ ਐਸੇ ਮਾਲ ਦਾ ਤੋਕ ਬਣਾ ਕੇ ਪਾਇਆ ਜਾਵੇਗਾ ਜਿਹਦੇ ਵਿੱਚ ਉਹਨਾਂ ਨੇ ਬੁਖਲ ਕੀਤਾ ਸੀ। ਅੱਲਾਹ ਹੀ ਆਸਮਾਨਾਂ ਤੇ ਜ਼ਮੀਨ ਦਾ ਵਾਰਿਸ ਏ। ਅੱਲਾਹ ਤੁਹਾਡੇ ਸਾਰੇ ਕੰਮਾਂ ਤੋਂ ਵਾਕਿਫ ਏ۔ لقد سمع الله قول الذين قالوا إن الله فقير ونحن أغنياء سنكتب ما قالوا وقتلهم الأنبياء بغير حق ونقول ذوقوا عذاب الحريق۔ ਬਿਨਾਂ ਸ਼ੱਕ ਅੱਲਾਹ ਨੇ ਉਹਨਾਂ ਦੀ ਗੱਲ ਸੁਣ ਲਈ ਏ ਜਿਨ੍ਹਾਂ ਨੇ ਆਖਿਆ ਅੱਲਾਹ ਮੁਹਤਾਜ ਏ
ते असी मालदार हां। हुण असां इन्हां दी आखी हुई गल ते उन्हां दा नबियां नूं नाहक शहीद करना लिख रखांगे ते आखांगे साड़ देण वाले अदाब दा मजा चखो। ذلك بما قدمت أيديكم وأن الله ليس بظلام للعبيد। ਇਹ ਉਹਨਾਂ ਕੰਮਾਂ ਦਾ ਬਦਲਾ ਹੈ ਜਿਹੜਾ ਤੁਹਾਡੇ ਹੱਥਾਂ ਨੇ ਅੱਗੇ ਘੱਲਿਆ ਤੇ ਅੱਲਾਹ ਬੰਦਿਆਂ ਉੱਤੇ ਜ਼ੁਲਮ ਨਹੀਂ ਕਰਦਾ। الذين قالوا إن الله عهد إلينا ألا نؤمن لرسول حتى يأتينا بقربان تأكله النار قل قد جاءكم رسل من قبلي بالبينات وبالذي قلتم فلم قتلتموهم إن كنتم صادقين। ਉਹ ਲੋਕ ਜਿਹੜੇ ਕਹਿੰਦੇ ਨੇ ਕਿ ਅੱਲਾਹ ਨੇ ਸਾਡੇ ਤੋਂ ਵਾਅਦਾ ਲਿਆ ਸੀ ਕਿ ਅਸੀਂ ਕਿਸੇ ਰਸੂਲ ਦੀ ਉਦੋਂ ਤੱਕ ਤਸਦੀਕ ਨਹੀਂ ਕਰਨੀ ਜਿਹਨੂੰ ਤੱਕ ਉਹ ਕੋਈ ਇਹੋ ਜਿਹੀ ਕੁਰਬਾਨੀ ਪੇਸ਼ ਨਾ ਕਰੇ ਜਿਹਨੂੰ ਅੱਗ ਖਾ ਜਾਏ। ਐ ਮਹਬੂਬ ਤੁਸੀਂ ਫਰਮਾ ਦਿਓ ਕਿ ਬਿਨਾਂ ਸ਼ੱਕ ਮੇਰੇ ਤੋਂ ਪਹਿਲੇ ਬਹੁ ਰਸੂਲ ਤੁਹਾਡੇ ਕੋਲ ਖੁੱਲੀਆਂ ਨਿਸ਼ਾਨੀਆਂ ਤੇ ਉਹੀ ਮੁਜਜ਼ਾਤ ਲੈ ਕੇ ਆਏ ਜਿਹੜੇ ਤੁਸੀਂ ਆਖੇ ਸੀ। ਫੇਰ ਜੇਕਰ ਤੁਸੀਂ ਸੱਚੇ ਹੋ ਤਾਂ ਤੁਸੀਂ ਉਹਨਾਂ ਨੂੰ ਸ਼ਹੀਦ ਕਿਉਂ ਕੀਤਾ? فإن كذبوك فقد كذب رسل من قبلك جاءوا بالبينات والزبر والكتاب المنير। ਤੇ ਐ ਮਹਬੂਬ ਜੇਕਰ ਉਹ ਤੁਹਾਨੂੰ ਜੁਟਾਉਂਦੇ ਨੇ ਤੇ ਤੁਹਾਡੇ ਤੋਂ ਪਹਿਲੇ ਰਸੂਲਾਂ ਨੂੰ ਵੀ ਜੁਟਲਾਇਆ ਗਿਆ ਏ ਜਿਹੜੇ ਸਾਫ਼ ਨਿਸ਼ਾਨੀਆਂ ਤੇ ਸਹੀਫੇ ਤੇ ਰੋਸ਼ਨ ਕਿਤਾਬ ਲੈ ਕੇ ਆਏ ਸਨ। كل نفس ذائقة الموت وإنما توفون أجوركم يوم القيامة فمن زحزح عن النار وأدخل الجنة فقد فاز وما الحياة الدنيا إلا متاع الغرور۔ ਹਰ ਜਾਨ ਮੌਤ ਦਾ ਮਜ਼ਾ ਚੱਖਣ ਵਾਲੀ ਏ। ਕਿਆਮਤ ਦੇ ਦਿਹਾੜੇ ਤੁਹਾਨੂੰ ਤੁਹਾਡੇ ਅਜਰ ਪੂਰੇ ਪੂਰੇ ਦਿੱਤੇ ਜਾਣਗੇ ਤੇ ਜਿਹਨੂੰ ਅੱਗ ਤੋਂ ਬਚਾ ਲਿਆ ਗਿਆ ਉਹ ਜੰਨਤ ਵਿੱਚ ਦਾਖਲ ਕਰ ਦਿੱਤਾ ਗਿਆ ਤੇ ਉਹ ਕਾਮਯਾਬ ਹੋ ਗਿਆ ਤੇ ਦੁਨੀਆ ਦੀ ਜ਼ਿੰਦਗੀ ਤੇ ਨਿਰਾ ਧੋਖੇ ਦਾ ਸਮਾਨ ਹੈ। لتبلون في أموالكم وأنفسكم ولتسمعن من الذين أوتوا الكتاب من قبلكم ومن الذين أشركوا أذى كثيرا وإن تصبروا وتتقوا فإن ذلك من عزم الأمور۔ ਇਹਦੇ ਵਿੱਚ ਸ਼ੱਕ ਨਹੀਂ ਤੁਹਾਡੇ ਮਾਲਾਂ ਤੇ ਤੁਹਾਡੀਆਂ ਜਾਨਾਂ ਬਾਰੇ ਤੁਹਾਨੂੰ ਜ਼ਰੂਰ ਆਜ਼ਮਾਇਆ ਜਾਵੇਗਾ ਤੇ ਤੁਸੀਂ ਜ਼ਰੂਰ ਇਹਨਾਂ ਲੋਕਾਂ ਤੋਂ ਜਿਨ੍ਹਾਂ ਨੂੰ ਤੁਹਾਡੇ ਤੋਂ ਪਹਿਲੇ ਕਿਤਾਬ ਦਿੱਤੀ ਗਈ ਤੇ ਮੁਸ਼ਰਿਕਾਂ ਤੋਂ ਬਹੁਤ ਸਾਰੀਆਂ ਤਕਲੀਫਾਂ ਦੇਣ ਵਾਲੀਆਂ ਗੱਲਾਂ ਸੁਣੋਗੇ ਤੇ ਜੇਕਰ ਤੁਸੀਂ ਸਬਰ ਕਰਦੇ ਰਹੋ ਤੇ ਪਰਹੇਜ਼ਗਾਰ ਬਣੋ ਤੇ ਇਹ ਵੱਡੀ ਹਿੰਮਤ ਦੇ ਕੰਮਾਂ ਵਿੱਚੋਂ ਹੈ। وَإِذْ أَخَذَ اللَّهُ مِيثَاقَ الَّذِينَ أُوتُوا الْكِتَابَ لَتُبَيِّنُنَّهُ لِلنَّاسِ وَلَا تَكْتُمُونَهُ فَنَبَذُوهُ وَرَاءَ ظُهُورِهِمْ وَاشْتَرَوْا بِهِ ثَمَنًا قَلِيلًا فَبِئْسَ مَا يَشْتَرُونَ۔ ਤੇ ਯਾਦ ਕਰੋ ਜਦੋਂ ਅੱਲਾਹ ਨੇ ਇਹਨਾਂ ਲੋਕਾਂ ਤੋਂ ਵਾਅਦਾ ਲਿਆ ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ ਕਿ ਤੁਸੀਂ ਜ਼ਰੂਰ
ਇਹਦੇ ਵਿੱਚੋਂ ਲੋਕਾਂ ਨੂੰ ਦੱਸਣਾ ਤੇ ਉਹਨੂੰ ਨਾ ਲੁਕਾਣਾ, ਤੇ ਉਹਨਾਂ ਨੇ ਇਸ ਵਾਅਦੇ ਨੂੰ ਆਪਣੀ ਕੰਧ ਪਿੱਛੇ ਸੁੱਟ ਦਿੱਤਾ ਤੇ ਇਹਦੇ ਬਦਲੇ ਵਿੱਚ ਥੋੜੀ ਜਿਹੀ ਕੀਮਤ ਵਸੂਲ ਕਰ ਲਈ। ਤੇ ਇਹ ਕਿੰਨੀ ਭੈੜੀ ਖਰੀਦਾਰੀ ਹੈ। لا تحسبن الذين يفرحون بما أتوا ويحبون أن يحمدوا بما لم يفعلوا فلا تحسبنهم بمفازة من العذاب وَلَهُمْ عَذَابٌ أَلِيمٌ। ਕਦੀ ਵੀ ਖਿਆਲ ਨਾ ਕਰੋ ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਅਮਲਾਂ ਤੇ ਖੁਸ਼ ਹੁੰਦੇ ਨੇ ਤੇ ਪਸੰਦ ਕਰਦੇ ਨੇ ਕਿ ਉਹਨਾਂ ਦੀ ਇਹੋ ਜਿਹੀ ਕੰਮਾਂ ਦੀ ਤਾਰੀਫ ਕੀਤੀ ਜਾਵੇ ਜਿਹੜੇ ਉਹਨਾਂ ਨੇ ਕੀਤੇ ਹੀ ਨਹੀਂ। ਇਹਨਾਂ ਨੂੰ ਕਦੇ ਵੀ ਅਜ਼ਾਬ ਤੋਂ ਦੂਰ ਨਾ ਸਮਝੋ ਤੇ ਇਹਨਾਂ ਲਈ ਪੀੜਾਂ ਭਰਿਆ ਅਜ਼ਾਬ ਹੈ। وَلِلَّهِ مُلْكُ السَّمَاوَاتِ وَالْأَرْضِ وَاللَّهُ عَلَى كُلِّ شَيْءٍ قَدِيرٌ। ਤੇ ਅੱਲਾਹ ਹੀ ਦੇ ਲਈ ਆਸਮਾਨਾਂ ਤੇ ਜ਼ਮੀਨ ਦੀ ਬਾਦਸ਼ਾਹੀ ਹੈ ਤੇ ਅੱਲਾਹ ਹਰ ਚੀਜ਼ ਤੇ ਕਾਦਰ ਹੈ। إن في خلق السماوات والأرض واختلاف الليل والنهار لآيات لأولي الألباب۔ ਬਿਨਾਂ ਸ਼ੱਕ ਆਸਮਾਨਾਂ ਤੇ ਜ਼ਮੀਨ ਦੀ ਪੈਦਾਇਸ਼ ਤੇ ਰਾਤ ਤੇ ਦਿਨ ਦੀ ਆਪਸ ਵਿੱਚ ਤਬਦੀਲੀ ਵਿੱਚ ਅਕਲਮੰਦਾਂ ਲਈ ਨਿਸ਼ਾਨੀਆਂ ਨੇ। الذين يذكرون الله قياما وقعودا وعلى جنوبهم ويتفكرون في خلق السماوات والأرض ربنا ما خلقت هذا باطلا سبحانك فقنا عذاب النار۔ ਜਿਹੜੇ ਖਲੋਤੇ ਤੇ ਬੈਠੇ ਤੇ ਲੇਟੇ ਪਾਸੇ ਬਦਲਦੇ ਅੱਲਾਹ ਨੂੰ ਯਾਦ ਕਰਦੇ ਨੇ ਤੇ ਆਸਮਾਨਾਂ ਤੇ ਜ਼ਮੀਨ ਦੀ ਪੈਦਾਇਸ਼ ਵਿੱਚ ਗੌਰ ਕਰਦੇ ਨੇ ਤੇ ਐ ਸਾਡੇ ਰੱਬ ਤੂੰ ਇਹ ਸਾਰਾ ਕੁਝ ਬੇਕਾਰ ਨਹੀਂ ਬਣਾਇਆ, ਤੂੰ ਪਾਕ ਹੈ, तू सानू दोज़ख दे आदाब तो बचा ले। रब्बना इन्नका मन तुदखिलिन्नार फक़द अख़ज़यतहु वमा लिज़्ज़ालिमीन मिन अंसार। ऐ साडे रब बिना शक जिन्नू तू दोज़ख विच सुटेगा ओनू तू जरूर जलील कर दिता ते ज़ालिमां दा कोई मदद करने वाला नहीं है। रब्बना इन्नना समिअना मुनादियन युनादी लिल ईमानि अन आमिनू बिरब्बिकुम फआमन्ना रब्बना फ़ग़फ़िर लना ज़ुनूबना वकफ़िर अन्ना सय्यिआतिना वतवफ़्फ़ना मअल अबरार। ऐ साडे रब बिना शक असां एक आवाज देण वाले नू ईमान दी आवाज इंज देंदिया होया सुनिया कि अपने रब ते ईमान ले आओ ते असी ईमान ले आए ते ऐ साडे रब तू साडे गुनाह बख्श दे ते साडे तू साडियां बदियां मिटा दे ते सानू नेक लोकां दे गिरोह विच मौत अता फरमा। रब्बना व आतिना मा वअदतना अला रुसुलिका वला तुखज़िना यौमल क़ियामह इन्नका ला तुख़लिफ़ुल मिआद। ऐ साडे रब ते सानू ओ सारा कुछ अता फरमा जिदा तू अपने रसूलां दे जरिए साडे नाल वादा कीता है ते सानू कयामत दे दिहाड़े जलील न करना। बिना शक तू अपने वादे तू नहीं फिरदा। فاستجاب لهم ربهم أني لا أضيع عمل عامل منكم من ذكر أو أنثى بعضكم من بعض
بعض فالذين هاجروا وأخرجوا من ديارهم وأوذوا في سبيلي وقاتلوا لأكفرن عنهم سيئاتهم ولأدخلنهم جنات تجري من تحتها الأنهار ثوابا من عند الله والله عنده حسن الثواب। ਤੇ ਉਹਨਾਂ ਦੇ ਰੱਬ ਨੇ ਉਹਨਾਂ ਦੀ ਦੁਆ ਕਬੂਲ ਕਰ ਲਈ ਕਿ ਤੁਹਾਡੇ ਵਿੱਚੋਂ ਅਮਲ ਕਰਨ ਵਾਲਿਆਂ ਦੇ ਅਮਲ ਨੂੰ ਜ਼ਾਇਆ ਨਹੀਂ ਕਰਾਂਗਾ, ਉਹ ਮਰਦ ਹੋਵੇ ਜਾਂ ਔਰਤ। ਤੁਸੀਂ ਆਪਸ ਵਿੱਚ ਇੱਕ ਹੀ ਹੋ। ਜਿਨ੍ਹਾਂ ਨੇ ਹਿਜਰਤ ਕੀਤੀ ਤੇ ਆਪਣੇ ਘਰਾਂ ਵਿੱਚੋਂ ਕੱਢੇ ਗਏ ਤੇ ਮੇਰੇ ਰਸਤੇ ਵਿੱਚ ਉਹਨਾਂ ਨੂੰ ਸਤਾਇਆ ਗਿਆ ਤੇ ਉਹਨਾਂ ਨੇ ਜਿਹਾਦ ਕੀਤਾ ਤੇ ਕਤਲ ਕਰ ਦਿੱਤੇ ਗਏ, ਤੇ ਮੈਂ ਜ਼ਰੂਰ ਉਹਨਾਂ ਦੇ ਸਾਰੇ ਗੁਨਾਹ ਉਹਨਾਂ ਤੋਂ ਮਿਟਾ ਦਿਆਂਗਾ ਤੇ ਜ਼ਰੂਰ ਉਹਨਾਂ ਨੂੰ ਇਹੋ ਜਿਹੇ ਬਾਗਾਂ ਵਿੱਚ ਦਾਖਲ ਕਰਾਂਗਾ ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਪਈਆਂ ਨੇ। ਇਹ ਅੱਲਾਹ ਦੀ ਬਾਰਗਾਹ ਵਿੱਚੋਂ ਅਜਰ ਏ ਤੇ ਅੱਲਾਹ ਦੇ ਹੀ ਕੋਲ ਚੰਗਾ ਸਵਾਬ ਏ। لا يغرنك تقلب الذين كفروا في البلاد। ਐ ਮੁਖਾਤਬ, ਕਾਫਰਾਂ ਦਾ ਸ਼ਹਿਰ ਵਿੱਚ ਟੁਰਨਾ ਫਿਰਨਾ ਕਦੀ ਵੀ ਤੈਨੂੰ ਧੋਖਾ ਨਾ ਦੇਵੇ। متاع قليل ثم مأواهم جهنم وبئس المهاد۔ ਐ ਤੇ ਜ਼ਿੰਦਗੀ ਗੁਜ਼ਾਰਨ ਦਾ ਥੋੜਾ ਜਿਹਾ ਸਮਾਨ ਏ, ਫੇਰ ਉਹਨਾਂ ਦਾ ਠਿਕਾਣਾ ਜਹੰਨਮ ਹੋਵੇਗਾ ਤੇ ਉਹ ਕਿੰਨੀ ਭੈੜੀ ਥਾਂ ਏ। لكن الذين اتقوا ربهم لهم جنات تجري من تحتها الأنهار خالدين فيها نزلا من عند الله وما عند الله خير للأبرار۔ ਪਰ ਉਹ ਲੋਕ ਜਿਹੜੇ ਆਪਣੇ ਰੱਬ ਤੋਂ ਡਰਦੇ ਨੇ ਉਹਨਾਂ ਲਈ ਜੰਨਤਾਂ ਨੇ ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਪਈਆਂ ਨੇ, ਹਮੇਸ਼ਾ ਉਹਨਾਂ ਵਿੱਚ ਰਹਿਣਗੇ। ਇਹ ਅੱਲਾਹ ਦੀ ਤਰਫੋਂ ਮਹਿਮਾਨ ਨਵਾਜ਼ੀ ਦਾ ਸਾਮਾਨ ਹੈ ਤੇ ਜਿਹੜਾ ਅੱਲਾਹ ਦੇ ਕੋਲ ਹੈ ਉਹ ਨੇਕਾਂ ਲਈ ਬਹੁਤ ਚੰਗੀ ਚੀਜ਼ ਹੈ। وَإِنَّ مِنْ أَهْلِ الْكِتَابِ لَمَنْ يُؤْمِنُ بِاللَّهِ وَمَا أُنْزِلَ إِلَيْكُمْ وَمَا أُنْزِلَ إِلَيْهِمْ خَاشِعِينَ لِلَّهِ لَا يَشْتَرُونَ بآيات الله ثمنا قليلا أولئك لهم أجرهم عند ربهم إن الله سريع الحساب۔ ਤੇ ਇਹਦੇ ਵਿੱਚ ਸ਼ੱਕ ਨਹੀਂ, ਕੁਝ ਅਹਿਲੇ ਕਿਤਾਬ ਇਹੋ ਜਿਹੇ ਵੀ ਨੇ ਜਿਹੜੇ ਅੱਲਾਹ ਉੱਤੇ ਤੇ ਜਿਹੜਾ ਤੁਹਾਡੇ ਵੱਲ ਉਤਾਰਿਆ ਗਿਆ ਤੇ ਜਿਹੜਾ ਉਹਨਾਂ ਤੇ ਨਾਜ਼ਿਲ ਕੀਤਾ ਗਿਆ ਉਹਦੇ ਉੱਤੇ ਇਸ ਹਾਲ ਵਿੱਚ ਈਮਾਨ ਲਿਆਂਦੇ ਨੇ ਤੇ ਉਹਨਾਂ ਦੇ ਦਿਲ ਅੱਲਾਹ ਦੇ ਹੁਜ਼ੂਰ ਝੁਕੇ ਹੋਏ ਨੇ। ਉਹ ਅੱਲਾਹ ਦੀਆਂ ਆਇਤਾਂ ਦੇ ਬਦਲੇ ਜ਼ਲੀਲ ਕੀਮਤ ਨਹੀਂ ਲੈਂਦੇ। ਇਹੀ ਉਹ ਲੋਕ ਨੇ ਜਿਨ੍ਹਾਂ ਦਾ ਅਜਰ ਉਹਨਾਂ ਦੇ ਰੱਬ ਦੇ ਕੋਲ ਹੈ ਤੇ ਅੱਲਾਹ ਛੇਤੀ ਹਿਸਾਬ ਕਰਨ ਵਾਲਾ ਹੈ। يا أيها الذين آمنوا اصبروا وصابروا ورابطوا واتقوا الله لعلكم تفلحون۔ اے ایمان والےو، صبر کرو ਤੇ ਸਬਰ ਵਿੱਚ ਦੁਸ਼ਮਣਾਂ ਤੋਂ ਅੱਗੇ ਰਹੋ ਤੇ ਇਸਲਾਮੀ ਹੱਦਾਂ ਦੀ ਹਿਫਾਜ਼ਤ ਕਰੋ ਤੇ ਅੱਲਾਹ ਤੋਂ ਡਰਦੇ ਰਹੋ ਇਸ ਆਸ ਉੱਤੇ ਕਿ ਤੁਸੀਂ ਕਾਮਯਾਬ ਹੋ ਜਾਓ।
يا أيها الناس اتقوا ربكم الذي خلقكم من نفس واحدة وخلق منها زوجها وبث منهما رجالا كثيرا ونساء واتقوا الله الذي تساءلون به والأرحام إن الله كان عليكم رقيبا। ਐ ਲੋਕੋ ਆਪਣੇ ਰੱਬ ਤੋਂ ਡਰੋ ਜਿਨੇ ਤੁਹਾਨੂੰ ਇੱਕ ਜਾਨ ਤੋਂ ਪੈਦਾ ਕੀਤਾ, ਉਹਦੇ ਵਿੱਚੋਂ ਹੀ ਉਸ ਦਾ ਜੋੜਾ ਪੈਦਾ ਕੀਤਾ ਤੇ ਇਹਨਾਂ ਦੋਹਾਂ ਵਿੱਚੋਂ ਕਸਰਤ ਨਾਲ ਮਰਦ ਤੇ ਔਰਤ ਖਿਲਾਰ ਦਿੱਤੇ ਤੇ ਅੱਲਾਹ ਤੋਂ ਡਰੋ ਜਿਹਦੇ ਨਾਂ ਤੇ ਇੱਕ ਦੂਜੇ ਤੋਂ ਮੰਗਦੇ ਹੋ ਤੇ ਰਿਸ਼ਤੇ ਤੋੜਨ ਤੋਂ ਬਚੋ। ਬਿਨਾਂ ਸ਼ੱਕ ਅੱਲਾਹ ਤੁਹਾਡੀ ਹਿਫਾਜ਼ਤ ਕਰਦਾ ਹੈ। وآتوا اليتامى أموالهم ولا تتبدلوا الخبيث بالطيب ولا تأكلوا أموالهم إلى أموالكم إنه كان حوبا كبيرا۔ ਤੇ ਯਤੀਮਾਂ ਨੂੰ ਉਹਨਾਂ ਦੇ ਮਾਲ ਦੇ ਦਿਓ ਤੇ ਪਾਕੀਜ਼ਾ ਮਾਲ ਦੇ ਬਦਲੇ ਗੰਦਾ ਮਾਲ ਨਾ ਲਵੋ ਤੇ ਇਹਨਾਂ ਦੇ ਮਾਲਾਂ ਨੂੰ ਆਪਣੇ ਮਾਲਾਂ ਵਿੱਚ ਰਲਾ ਕੇ ਨਾ ਖਾ ਜਾਓ। ਬਿਨਾਂ ਸ਼ੱਕ ਇਹ ਬਹੁਤ ਵੱਡਾ ਗੁਨਾਹ ਹੈ। وَإِنْ خِفْتُمْ أَلَّا تُقْسِطُوا فِي الْيَتَامَى فَانكِحُوا مَا طَابَ لَكُم مِّنَ النِّسَاءِ مَثْنَى وَثُلَاثَ وَرُبَاعَ فَإِنْ خِفْتُمْ أَلَّا تَعْدِلُوا فَوَاحِدَةً أَوْ مَا مَلَكَتْ أَيْمَانُكُمْ ذَلِكَ أَدْنَى أَلَّا تَعُولُوا۔ ਜੇਕਰ ਤੁਹਾਨੂੰ ਖਤਰਾ ਹੋਵੇ ਕਿ ਯਤੀਮ ਕੁੜੀਆਂ ਵਿੱਚ ਇਨਸਾਫ ਨਹੀਂ ਕਰ ਸਕੋਗੇ ਤੇ ਇਹਨਾਂ ਔਰਤਾਂ ਨਾਲ ਨਿਕਾਹ ਕਰ ਲਵੋ ਜਿਹੜੀਆਂ ਤੁਹਾਨੂੰ ਚੰਗੀਆਂ ਲੱਗਣ, 2-2, 3-3 ਤੇ 4-4। ਫਿਰ ਜੇਕਰ ਤੁਹਾਨੂੰ ਇਸ ਗੱਲ ਦਾ ਡਰ ਹੋਵੇ ਕਿ ਤੁਸੀਂ ਇਨਸਾਫ ਨਹੀਂ ਕਰ ਸਕੋਗੇ ਤੇ ਸਿਰਫ ਇੱਕ ਨਾਲ ਨਿਕਾਹ ਕਰੋ ਜਾਂ ਲੋਂਡੀਆਂ ਉੱਤੇ ਗੁਜ਼ਾਰਾ ਕਰੋ ਜਿਨ੍ਹਾਂ ਦੇ ਤੁਸੀਂ ਮਾਲਿਕ ਹੋ। ਇਹ ਇਸ ਤੋਂ ਚੌਖਾ ਕਰੀਬ ਹੈ ਕਿ ਤੁਹਾਡੇ ਕੋਲੋਂ ਕੋਈ ਜ਼ੁਲਮ ਨਾ ਹੋਵੇ। وَآتُوا النِّسَاءَ صَدُقَاتِهِنَّ نِحْلَةً فَإِن طِبْنَ لَكُمْ عَن شَيْءٍ مِّنْهُ نَفْسًا فَكُلُوهُ هَنِيئًا مَرِيئًا۔ ਤੇ ਔਰਤਾਂ ਨੂੰ ਉਹਨਾਂ ਦੇ ਮਹਿਰ ਖੁਸ਼ੀ ਨਾਲ ਦਿਓ। ਫਿਰ ਜੇਕਰ ਉਹ ਖੁਸ਼ ਦਿਲੀ ਨਾਲ ਤੁਹਾਨੂੰ ਮਹਿਰ ਵਿੱਚੋਂ ਕੁਝ ਦੇ ਦੇਵਣ ਤੇ ਉਹਨੂੰ ਪਾਕੀਜ਼ਾ ਖੁਸ਼ਗਵਾਰ ਸਮਝ ਕੇ ਖਾਓ। وَلَا تُؤْتُوا السُّفَهَاءَ أَمْوَالَكُمُ الَّتِي جَعَلَ اللَّهُ لَكُمْ قِيَامًا وَارْزُقُوهُمْ فِيهَا واكسوهم وقولوا لهم قولا معروفا۔ ਤੇ ਕਮ ਅਕਲਾਂ ਨੂੰ ਇਹਨਾਂ ਦੇ ਉਹ ਮਾਲ ਨਾ ਦਿਓ ਜਿਹਨੂੰ ਅੱਲਾਹ ਨੇ ਤੁਹਾਡੇ ਲਈ ਗੁਜ਼ਰ ਬਸਰ ਦਾ ਜ਼ਰੀਆ ਬਣਾਇਆ ਹੈ ਤੇ ਉਹਨਾਂ ਨੂੰ ਇਸ ਮਾਲ ਵਿੱਚੋਂ ਖਵਾਓ ਤੇ ਪਵਾਓ ਤੇ ਇਹਨਾਂ ਨਾਲ ਚੰਗੀ ਗੱਲ ਆਖੋ। وابتلوا اليتامى حتى إذا بلغوا النكاح فإن آنستم منهم رشدا فادفعوا إليهم أموالهم ولا تأكلوها إسرافا وبدارا أن يكبروا ومن كان غنيا فليستعفف ومن كان فقيرا فليأكل بالمعروف
فإذا دفعتم إليهم أموالهم فأشهدوا عليهم وكفى بالله حسيبا। ਤੇ ਯਤੀਮਾਂ ਦੀ ਸਮਝਦਾਰੀ ਨੂੰ ਆਜ਼ਮਾਉਂਦੇ ਰਹੋ ਇੱਥੋਂ ਤੱਕ ਕਿ ਜਦੋਂ ਉਹ ਨਿਕਾਹ ਦੇ ਕਾਬਲ ਹੋਵਣ ਤੇ ਜੇਕਰ ਤੁਸੀਂ ਉਹਨਾਂ ਦੀ ਸਮਝਦਾਰੀ ਵੇਖੋ ਤੇ ਉਹਨਾਂ ਦੇ ਮਾਲ ਉਹਨਾਂ ਦੇ ਹਵਾਲੇ ਕਰ ਦਿਓ ਤੇ ਉਹਨਾਂ ਦੇ ਮਾਲ ਫਜ਼ੂਲ ਖਰਚੀ ਨਾਲ ਤੇ ਇਸ ਡਰ ਤੋਂ ਛੇਤੀ ਨਾ ਖਾਓ ਕਿ ਉਹ ਵੱਡੇ ਹੋ ਜਾਣਗੇ ਤੇ ਜਿਹਨੂੰ ਹਾਜਤ ਨਾ ਹੋਵੇ ਤੇ ਉਹ ਬੱਚੇ ਤੇ ਜਿਹੜਾ ਹਾਜਤਮੰਦ ਹੋਵੇ ਉਹ ਬਕਦਰੇ ਮੁਨਾਸਬ ਖਾ ਸਕਦਾ ਏ। ਫਿਰ ਜਦੋਂ ਤੁਸੀਂ ਉਹਨਾਂ ਦਾ ਮਾਲ ਉਹਨਾਂ ਦੇ ਹਵਾਲੇ ਕਰੋ ਤੇ ਉਹਨਾਂ ਉੱਤੇ ਗਵਾਹ ਬਣਾ ਲਓ। ਹਿਸਾਬ ਲੈਣ ਲਈ ਅੱਲਾਹ ਕਾਫੀ ਏ। للرجال نصيب مما ترك الوالدان والأقربون وللنساء نصيب مما ترك الوالدان والأقربون مما قل منه أو كثر نصيبا مفروضا۔ ਮਰਦਾਂ ਲਈ ਉਸ ਮਾਲ ਵਿੱਚੋਂ ਵਿਰਾਸਤ ਦਾ ਹਿੱਸਾ ਏ ਜਿਹੜਾ ਮਾਂ ਪਿਓ ਤੇ ਰਿਸ਼ਤੇਦਾਰ ਛੱਡ ਗਏ ਤੇ ਔਰਤਾਂ ਲਈ ਉਹਦੇ ਵਿੱਚੋਂ ਹਿੱਸਾ ਏ ਜਿਹੜਾ ਮਾਂ ਪਿਓ ਤੇ ਰਿਸ਼ਤੇਦਾਰ ਛੱਡ ਗਏ। ਵਿਰਾਸਤ ਦਾ ਮਾਲ ਥੋੜਾ ਏ ਜਾਂ ਬਹੁਤਾ ਅੱਲਾਹ ਨੇ ਇਹ ਮੁਕਰਰ ਹਿੱਸਾ ਬਣਾਇਆ ਏ। وَإِذَا حَضَرَ الْقِسْمَةَ أُولُو الْقُرْبَى وَالْيَتَامَى وَالْمَسَاكِينُ فَارْزُقُوهُم مِّنْهُ وَقُولُوا لَهُمْ قَوْلًا مَّعْرُوفًا۔ ਤੇ ਫਿਰ ਜਦੋਂ ਹਿੱਸੇ ਤਕਸੀਮ ਕਰਨ ਵੇਲੇ ਰਿਸ਼ਤੇਦਾਰ ਮਿਸਕੀਨ ਤੇ ਯਤੀਮ ਆ ਜਾਣ ਤੇ ਉਹਨਾਂ ਨੂੰ ਵੀ ਉਸ ਮਾਲ ਵਿੱਚੋਂ ਕੁਝ ਦੇ ਦਿਓ ਤੇ ਉਹਨਾਂ ਨਾਲ ਚੰਗੀ ਗੱਲ ਕਰੋ। وَلْيَخْشَ الَّذِينَ لَوْ تَرَكُوا مِنْ خَلْفِهِمْ ذُرِّيَّةً ضِعَافًا خَافُوا عَلَيْهِمْ فَلْيَتَّقُوا اللَّهَ وَلْيَقُولُوا قَوْلًا سَدِيدًا۔ ਤੇ ਉਹ ਲੋਕ ਡਰਨ ਜਿਹੜੇ ਜੇਕਰ ਆਪਣੇ ਪਿੱਛੇ ਕਮਜ਼ੋਰ ਔਲਾਦ ਛੱਡਣ ਤੇ ਉਹਨਾਂ ਦੇ ਬਾਰੇ ਕਿੰਨੇ ਹੀ ਖਤਰਿਆਂ ਦਾ ਸ਼ਿਕਾਰ ਹੁੰਦੇ ਤੇ ਉਹਨਾਂ ਨੂੰ ਚਾਹੀਦਾ ਏ ਅੱਲਾਹ ਤੋਂ ਡਰਨ ਤੇ ਸਿੱਧੀ ਗੱਲ ਕਰਨ। إن الذين يأكلون أموال اليتامى ظلما إنما يأكلون في بطونهم نارا وسيصلون سعيرا۔ ਬਿਨਾਂ ਸ਼ੱਕ ਉਹ ਲੋਕ ਜਿਹੜੇ ਜ਼ੁਲਮ ਕਰਦਿਆਂ ਹੋਇਆਂ ਯਤੀਮਾਂ ਦਾ ਮਾਲ ਖਾਂਦੇ ਨੇ ਉਹ ਆਪਣੇ ਢਿੱਡਾਂ ਵਿੱਚ ਨਿਰੀ ਅੱਗ ਭਰਦੇ ਨੇ ਤੇ ਬੜੀ ਛੇਤੀ ਇਹ ਲੋਕ ਭੜਕਦੀ ਅੱਗ ਵਿੱਚ ਸੜਨਗੇ। يوصيكم الله في أولادكم للذكر مثل حظ الأنثيين فإن كن نساء فوق 2 فلهن ثلثا ما ترك وإن كانت واحدة فلها النصف ولأبويه لكل واحد منهما السدس مما ترك إن كان له ولد فإن لم يكن له ولد وورثه أبواه فلأمه الثلث فإن كان له إخوة فلأمه السدس من بعد وصية يوصي بها أو دين آباؤكم وأبناؤكم لا تدرون أيهم أقرب لكم نفعا فريضة من الله إن الله كان عليما حكيما۔ ਅੱਲਾਹ ਤੁਹਾਨੂੰ ਤੁਹਾਡੀ ਔਲਾਦ ਦੇ ਬਾਰੇ ਹੁਕਮ ਦਿੰਦਾ ਏ ਪੁੱਤਰ ਦਾ ਹਿੱਸਾ
2 ਧੀਆਂ ਦੇ ਬਰਾਬਰ ਏ। ਫਿਰ ਜੇਕਰ ਸਿਰਫ ਧੀਆਂ ਹੀ ਹੋਣ, ਭਾਵੇਂ 2 ਤੋਂ ਜ਼ਿਆਦਾ ਹੋਣ, ਤੇ ਇਹਨਾਂ ਲਈ ਵਿਰਾਸਤ ਦਾ 2/3 ਹਿੱਸਾ ਹੋਵੇਗਾ। ਜੇ ਇੱਕ ਕੁੜੀ ਏ ਤੇ ਉਸ ਲਈ ਅੱਧਾ ਹਿੱਸਾ ਏ, ਤੇ ਜੇਕਰ ਮਈਤ ਦੀ ਔਲਾਦ ਹੋਵੇ ਤੇ ਮਈਤ ਦੇ ਮਾਂ ਪਿਓ ਵਿੱਚੋਂ ਹਰ ਇੱਕ ਲਈ ਵਿਰਾਸਤ ਤੋਂ 6ਵਾਂ ਹਿੱਸਾ ਹੋਵੇਗਾ। ਫਿਰ ਜੇਕਰ ਮਈਤ ਦੀ ਔਲਾਦ ਨਾ ਹੋਵੇ ਤੇ ਪਿੱਛੇ ਮਾਂ ਤੇ ਪਿਓ ਹੋਵੇ ਤੇ ਮਾਂ ਲਈ ਤੀਸਰਾ ਹਿੱਸਾ ਏ। ਫਿਰ ਜੇਕਰ ਉਸ ਮਈਤ ਦੇ ਕਈ ਭੈਣ ਭਰਾ ਹੋਣ ਤੇ ਮਾਂ ਦਾ 6ਵਾਂ ਹਿੱਸਾ ਹੋਵੇਗਾ। ਇਹ ਸਾਰੇ ਹੁਕਮ ਇਸ ਵਸੀਅਤ ਨੂੰ ਪੂਰਾ ਕਰਨ ਤੋਂ ਬਾਅਦ ਹੋਣਗੇ ਜਿਹੜਾ ਉਹ ਫੌਤ ਹੋਣ ਵਾਲਾ ਕਰ ਗਿਆ ਏ, ਤੇ ਕਰਜ਼ ਦੀ ਅਦਾਇਗੀ ਤੋਂ ਬਾਅਦ ਹੋਣਗੇ ਤੁਹਾਡੇ ਪਿਓ ਤੇ ਤੁਹਾਡੇ ਬੇਟੇ। ਤੁਹਾਨੂੰ ਪਤਾ ਨਹੀਂ ਇਹਨਾਂ ਵਿੱਚੋਂ ਕੌਣ ਤੁਹਾਨੂੰ ਚੋਖਾ ਨਫਾ ਦੇਵੇਗਾ। ਇਹ ਅੱਲਾਹ ਵੱਲੋਂ ਹਿੱਸਾ ਮਿਥਿਆ ਗਿਆ ਏ। ਬਿਨਾਂ ਸ਼ੱਕ ਅੱਲਾਹ ਬੜੇ ਇਲਮ ਵਾਲਾ, ਦਨਾਈ ਵਾਲਾ ਏ। وَلَكُمْ نِصْفُ مَا تَرَكَ أَزْوَاجُكُمْ إِن لَّمْ يَكُن لَّهُنَّ وَلَدٌ فَإِن كَانَ لَهُنَّ وَلَدٌ فَلَكُمُ الرُّبُعُ مِمَّا تَرَكْنَ مِن بَعْدِ وَصِيَّةٍ يُوصِينَ بِهَا أَوْ دَيْنٍ وَلَهُنَّ الرُّبُعُ مِمَّا تَرَكْتُمْ إِن لَّمْ يَكُن لَّكُمْ وَلَدٌ فَإِن كَانَ لَكُمْ وَلَدٌ فَلَهُنَّ الثُّمُنُ مِمَّا تَرَكْتُم مِّن بَعْدِ وَصِيَّةٍ تُوصُونَ بِهَا أَوْ دَيْنٍ وَإِن كَانَ رَجُلٌ يُورَثُ كَلَالَةً أَوْ امْرَأَةٌ وَلَهُ أَخٌ أَوْ أُخْتٌ فَلِكُلِّ وَاحِدٍ مِّنْهُمَا السُّدُسُ فَإِن كَانُوا أَكْثَرَ مِن ذَلِكَ فَهُمْ شُرَكَاءُ فِي الثُّلُثِ مِن بَعْدِ وَصِيَّةٍ يُوصَى بِهَا أَوْ دَيْنٍ غَيْرَ مُضَارٍّ وَصِيَّةً مِّنَ اللَّهِ وَاللَّهُ عَلِيمٌ حَلِيمٌ۔ ਤੇ ਤੁਹਾਡੀਆਂ ਬੀਵੀਆਂ ਜਿਹੜਾ ਮਾਲ ਛੱਡ ਜਾਣ, ਜੇਕਰ ਉਹਨਾਂ ਦੀ ਔਲਾਦ ਨਾ ਹੋਵੇ ਤੇ ਉਹਦੇ ਵਿੱਚੋਂ ਤੁਹਾਡੇ ਲਈ ਅੱਧਾ ਹਿੱਸਾ ਏ, ਤੇ ਫਿਰ ਜੇਕਰ ਉਹਨਾਂ ਦੀ ਔਲਾਦ ਹੋਵੇ ਤੇ ਉਸ ਵਿਰਾਸਤ ਵਿੱਚੋਂ ਤੁਹਾਡੇ ਲਈ ਚੌਥਾ ਹਿੱਸਾ ਏ। ਇਹ ਹਿੱਸੇ ਉਸ ਵਸੀਅਤ ਤੋਂ ਬਾਅਦ ਹੋਣਗੇ ਜਿਹੜੀ ਉਹਨਾਂ ਨੇ ਕੀਤੀ ਹੋਵੇ ਤੇ ਕਰਜ਼ ਉਤਾਰਨ ਤੋਂ ਬਾਅਦ ਹੋਣਗੇ। ਤੇ ਜੇਕਰ ਤੁਹਾਡੀ ਔਲਾਦ ਨਾ ਹੋਵੇ ਤੇ ਤੁਹਾਡੀ ਵਿਰਾਸਤ ਵਿੱਚੋਂ ਔਰਤਾਂ ਲਈ ਚੌਥਾ ਹਿੱਸਾ ਏ। ਫਿਰ ਜੇਕਰ ਤੁਹਾਡੀ ਔਲਾਦ ਹੋਵੇ ਤੇ ਫਿਰ ਉਹਨਾਂ ਦਾ ਤੁਹਾਡੀ ਵਿਰਾਸਤ ਵਿੱਚੋਂ 8ਵਾਂ ਹਿੱਸਾ ਏ। ਇਹ ਹਿੱਸੇ ਉਸ ਵਸੀਅਤ ਤੋਂ ਬਾਅਦ ਹੋਣਗੇ ਜਿਹੜੀ ਵਸੀਅਤ ਤੁਸੀਂ ਕਰ ਜਾਓ ਤੇ ਕਰਜ਼ ਉਤਾਰਨ ਤੋਂ ਬਾਅਦ ਹੋਣਗੇ। ਤੇ ਜੇਕਰ ਕਿਸੇ ਐਸੇ ਮਰਦ ਜਾਂ ਔਰਤ ਦੀ ਵਿਰਾਸਤ ਵੰਡੀ ਜਾਣੀ ਹੋਵੇ ਜਿਨਨੇ ਮਾਂ ਪਿਓ ਤੇ ਔਲਾਦ ਵਿੱਚੋਂ ਕੋਈ ਨਾ ਛੱਡਿਆ, ਤੇ ਸਿਰਫ ਮਾਂ ਵੱਲੋਂ ਉਹਦਾ ਇੱਕ ਭਰਾ ਜਾਂ ਇੱਕ ਭੈਣ ਹੋਵੇ, ਤੇ ਇਹਨਾਂ ਵਿੱਚੋਂ ਹਰ ਇੱਕ ਲਈ 6ਵਾਂ ਹਿੱਸਾ ਹੋਵੇਗਾ। ਤੇ ਫਿਰ ਜੇਕਰ ਉਹ ਮਾਂ ਦੇ ਵੱਲੋਂ ਭੈਣ ਭਾਈ ਇੱਕ ਤੋਂ ਚੌਖੇ ਹੋਣ ਤੇ ਸਾਰੇ ਤਿਹਾਈ ਵਿੱਚ ਸ਼ਰੀਕ ਹੋਣਗੇ। ਇਹ ਦੋਵੇਂ ਸੂਰਤਾਂ ਹੀ ਮਈਤ ਦੀ ਉਸ ਵਸੀਅਤ ਤੇ ਕਰਜ਼ ਉਤਾਰਨ ਤੋਂ ਬਾਅਦ ਹੋਣਗੀਆਂ ਜਿਸ ਵਸੀਅਤ ਵਿੱਚ ਉਹਨੇ ਵਾਰਿਸਾਂ ਨੂੰ ਕੋਈ ਨੁਕਸਾਨ ਨਾ ਦਿੱਤਾ ਹੋਵੇ। ਇਹ ਅੱਲਾਹ ਵੱਲੋਂ ਹੁਕਮ ਹੈ ਤੇ ਅੱਲਾਹ ਬਹੁ ਜਾਣਨ ਵਾਲਾ, ਵੱਡੇ ਹਿਲਮ ਵਾਲਾ ਹੈ। تِلْكَ حُدُودُ اللَّهِ وَمَن يُطِعِ اللَّهَ وَرَسُولَهُ يُدْخِلْهُ جَنَّاتٍ تَجْرِي مِن تَحْتِهَا الْأَنْهَارُ خَالِدِينَ فِيهَا وَذَلِكَ الْفَوْزُ الْعَظِيمُ۔ ਇਹ ਅੱਲਾਹ ਦੀਆਂ ਹਦਾਂ ਨੇ ਤੇ ਜਿਹੜਾ ਹੁਕਮ ਮੰਨੇ ਅੱਲਾਹ ਤੇ ਅੱਲਾਹ ਦੇ ਰਸੂਲ ਦਾ, ਤੇ ਅੱਲਾਹ ਉਹਨੂੰ ਜੰਨਤਾਂ ਵਿੱਚ ਦਾਖਿਲ ਕਰੇਗਾ
ਜਿਹਦੇ ਥੱਲੇ ਨਹਿਰਾਂ ਵਗਦੀਆਂ ਪਈਆਂ ਨੇ ਉਹ ਹਮੇਸ਼ਾ ਉਹਨਾਂ ਵਿੱਚ ਰਹਿਣਗੇ ਤੇ ਇਹ ਹੀ ਵੱਡੀ ਕਾਮਯਾਬੀ ਏ। ومن يعص الله ورسوله ويتعد حدوده يدخله نارا خالدا فيها وله عذاب مهين। ਤੇ ਜਿਹੜਾ ਅੱਲਾਹ ਤੇ ਉਹਦੇ ਰਸੂਲ ਦੀ ਨਾਫਰਮਾਨੀ ਕਰੇ ਤੇ ਉਹਦੀਆਂ ਸਾਰੀਆਂ ਹੱਦਾਂ ਤੋਂ ਵੱਧ ਜਾਵੇ ਤੇ ਅੱਲਾਹ ਉਹਨੂੰ ਅੱਗ ਵਿੱਚ ਸੱਟੇਗਾ ਜਿਹਦੇ ਵਿੱਚ ਉਹ ਹਮੇਸ਼ਾ ਰਹੇਗਾ ਤੇ ਉਹਦੇ ਲਈ ਜ਼ਲਾਲਤ ਵਾਲਾ ਅਜ਼ਾਬ ਹੈ। واللاتي يأتين الفاحشة من نسائكم فاستشهدوا عليهن 4 منكم فإن شهدوا فأمسكوهن في البيوت حتى يتوفاهن الموت أو يجعل الله لهن سبيلا। ਤੇ ਤੁਹਾਡੀਆਂ ਔਰਤਾਂ ਵਿੱਚੋਂ ਜਿਹੜੀਆਂ ਬਦਕਾਰੀ ਕਰ ਲੈਣ ਉਹਨਾਂ ਉੱਤੇ ਆਪਣਿਆਂ ਵਿੱਚੋਂ 4 ਮਰਦਾਂ ਦੀ ਗਵਾਹੀ ਲਵੋ। ਫਿਰ ਜੇਕਰ ਉਹ ਗਵਾਹੀ ਦੇ ਦੇਣ ਤੇ ਉਹਨਾਂ ਔਰਤਾਂ ਨੂੰ ਘਰਾਂ ਵਿੱਚ ਬੰਦ ਕਰ ਦਿਓ ਇੱਥੋਂ ਤੱਕ ਉਹਨਾਂ ਦੀ ਜ਼ਿੰਦਗੀ ਨੂੰ ਪੂਰਾ ਕਰ ਦੇਵੇ ਜਾਂ ਅੱਲਾਹ ਉਹਨਾਂ ਲਈ ਕੋਈ ਰਾਹ ਬਣਾ ਦੇਵੇ। واللذان يأتيانها منكم فآذوهما فإن تابا وأصلحا فأعرضوا عنهما إن الله كان توابا رحيما। ਤੁਹਾਡੇ ਵਿੱਚੋਂ ਜਿਹੜਾ ਮਰਦ ਔਰਤ ਇਹੋ ਜਿਹਾ ਕੰਮ ਕਰਨ ਤੇ ਇਹਨਾਂ ਨੂੰ ਤਕਲੀਫ ਦਿਓ ਤੇ ਜੇਕਰ ਉਹ ਤੋਬਾ ਕਰ ਲੈਣ ਤੇ ਆਪਣੀ ਇਸਲਾਹ ਕਰ ਲੈਣ ਤੇ ਉਹਨਾਂ ਦਾ ਪਿੱਛਾ ਛੱਡ ਦਿਓ ਬਿਨਾਂ ਸ਼ੱਕ ਅੱਲਾਹ ਵੱਡਾ ਤੋਬਾ ਕਬੂਲ ਕਰਨ ਵਾਲਾ ਮਿਹਰਬਾਨ ਹੈ। إنما التوبة على الله للذين يعملون السوء بجهالة ثم يتوبون من قريب فأولئك يتوب الله عليهم وكان الله عليما حكيما। ਉਹ ਤੋਬਾ ਜਿਸ ਦਾ ਕਬੂਲ ਕਰਨਾ ਅੱਲਾਹ ਨੇ ਆਪਣੇ ਫਜ਼ਲ ਨਾਲ ਲਾਜ਼ਮ ਕੀਤਾ ਹੈ ਉਹ ਉਹਨਾਂ ਦੀ ਏ ਜਿਹੜੇ ਨਾ ਸਮਝੀ ਨਾਲ ਬੁਰਾਈ ਕਰ ਬੈਠਣ ਫਿਰ ਥੋੜੇ ਚਿਰ ਪਿੱਛੋਂ ਉਹ ਤੋਬਾ ਕਰ ਲੈਣ। ਇਹੋ ਜਿਹਿਆਂ ਤੇ ਅੱਲਾਹ ਆਪਣੀ ਰਹਿਮਤ ਨਾਲ ਰਜੂ ਕਰਦਾ ਏ ਤੇ ਅੱਲਾਹ ਜਾਣਨ ਵਾਲਾ ਦਨਾਈ ਵਾਲਾ ਏ। وليست التوبة للذين يعملون السيئات حتى إذا حضر أحدهم الموت قال إني تبت الآن ولا الذين يموتون وهم كفار أولئك أعتدنا لهم عذابا أليما। ਤੇ ਉਹਨਾਂ ਲੋਕਾਂ ਦੀ ਤੋਬਾ ਨਹੀਂ ਜਿਹੜੇ ਗੁਨਾਹਾਂ ਵਿੱਚ ਲੱਗੇ ਰਹਿੰਦੇ ਨੇ ਇੱਥੋਂ ਤੱਕ ਕਿ ਜਦੋਂ ਇਹਨਾਂ ਵਿੱਚੋਂ ਕਿਸੇ ਨੂੰ ਮੌਤ ਆ ਜਾਏ ਤੇ ਆਖਣ ਲੱਗੇ ਹੁਣ ਮੈਂ ਤੋਬਾ ਕੀਤੀ ਤੇ ਨਾ ਉਹਨਾਂ ਲੋਕਾਂ ਦੀ ਕੋਈ ਤੋਬਾ ਏ ਜਿਹੜੇ ਕੁਫਰ ਦੀ ਹਾਲਤ ਵਿੱਚ ਮਰਨ ਉਹਨਾਂ ਲਈ ਅਸਾਂ ਚੌਖੇ ਦਰਦ ਵਾਲਾ ਅਜ਼ਾਬ ਤਿਆਰ ਕੀਤਾ ਹੈ। يا أيها الذين آمنوا لا يحل لكم أن ترثوا النساء كرها ولا تعضلوهن لتذهبوا ببعض ما آتيتموهن إلا أن يأتين بفاحشة مبينة وعاشروهن بالمعروف فإن كرهتموهن فعسى أن تكرهوا شيئا ويجعل الله فيه خيرا كثيرا۔ اے ایمان والیو
ਤੁਹਾਡੇ ਲਈ ਹਲਾਲ ਨਹੀਂ ਕਿ ਤੁਸੀਂ ਜ਼ਬਰਦਸਤੀ ਔਰਤਾਂ ਦੇ ਵਾਰਿਸ ਬਣ ਜਾਓ ਤੇ ਔਰਤਾਂ ਨੂੰ ਇਸ ਨੀਅਤ ਨਾਲ ਰੋਕੋ ਨਾ ਕਿ ਜਿਹੜਾ ਹੱਕ ਮਹਿਰ ਤੁਸੀਂ ਉਹਨਾਂ ਨੂੰ ਦਿੱਤਾ ਸੀ ਉਹਦੇ ਵਿੱਚੋਂ ਕੁਝ ਲੈ ਲਵੋ ਸਿਵਾਏ ਇਸ ਸੂਰਤ ਤੋਂ ਕਿ ਉਹ ਐਲਾਨੀਆਂ ਬੇਹਯਾਈ ਕਰਨ ਤੇ ਇਹਨਾਂ ਨਾਲ ਚੰਗੇ ਤਰੀਕੇ ਨਾਲ ਰਹਿਣ ਸਹਿਣ ਕਰੋ। ਫਿਰ ਜੇਕਰ ਤੁਹਾਨੂੰ ਉਹ ਪਸੰਦ ਨਾ ਹੋਵਣ ਤੇ ਹੋ ਸਕਦਾ ਹੈ ਕੋਈ ਚੀਜ਼ ਤੁਹਾਨੂੰ ਪਸੰਦ ਨਾ ਹੋਵੇ ਤੇ ਅੱਲਾਹ ਉਹਦੇ ਵਿੱਚ ਬਹੁਤ ਸਾਰੀ ਚੰਗਿਆਈ ਰੱਖ ਦੇਵੇ। وَإِنْ أَرَدْتُمُ اسْتِبْدَالَ زَوْجٍ مَكَانَ زَوْجٍ وَآتَيْتُمْ إِحْدَاهُنَّ قِنطَارًا فَلَا تَأْخُذُوا مِنْهُ شَيْئًا أَتَأْخُذُونَهُ بُهْتَانًا وَإِثْمًا مُبِينًا। ਤੇ ਫਿਰ ਜੇਕਰ ਤੁਸੀਂ ਇੱਕ ਸਵਾਣੀ ਦੇ ਬਦਲੇ ਦੂਜੀ ਸਵਾਣੀ ਬਦਲਣਾ ਚਾਹੋ ਤੇ ਤੁਸੀਂ ਉਹਨੂੰ ਬਹੁਤਾ ਮਾਲੋ ਮਤਾ ਦੇ ਚੁੱਕੇ ਹੋਵੋ ਤੇ ਉਹਦੇ ਵਿੱਚੋਂ ਕੁਝ ਵਾਪਸ ਨਾ ਲਵੋ। ਕੀ ਤੁਸੀਂ ਕੋਈ ਝੂਠ ਬਣ ਕੇ ਸ਼ਰੇਆਮ ਗੁਨਾਹ ਕਰਕੇ ਉਹ ਲਵੋਗੇ? وَكَيْفَ تَأْخُذُونَهُ وَقَدْ أَفْضَى بَعْضُكُمْ إِلَى بَعْضٍ وَأَخَذْنَ مِنكُم مِّيثَاقًا غَلِيظًا। ਤੇ ਤੁਸੀਂ ਉਹ ਮਾਲ ਕਿਸ ਤਰ੍ਹਾਂ ਵਾਪਸ ਲੈ ਸਕਦੇ ਹੋ ਹਾਲਾਂ ਤੁਸੀਂ ਤਨਹਾਈ ਵਿੱਚ ਇੱਕ ਦੂਸਰੇ ਨਾਲ ਮਿਲ ਚੁੱਕੇ ਹੋ ਤੇ ਉਹ ਤੁਹਾਡੇ ਕੋਲੋਂ ਪੱਕਾ ਅਹਿਦ ਵੀ ਲੈ ਚੁੱਕੀ ਹੈ। وَلَا تَنكِحُوا مَا نَكَحَ آبَاؤُكُم مِّنَ النِّسَاءِ إِلَّا مَا قَدْ سَلَفَ إِنَّهُ كَانَ فَاحِشَةً وَمَقْتًا وَسَاءَ سَبِيلًا। ਤੇ ਪਿਓ ਦਾਦੇ ਦੀਆਂ ਬੀਵੀਆਂ ਨਾਲ ਨਿਕਾਹ ਨਾ ਕਰੋ ਪਰ ਜਿਹੜਾ ਪਹਿਲੇ ਹੋ ਗਿਆ ਉਹ ਮਾਫ ਹੈ। ਬਿਨਾਂ ਸ਼ੱਕ ਇਹ ਬੇਹਯਾਈ ਤੇ ਗਜ਼ਬ ਦਾ ਸਬਬ ਹੈ। ਇਹ ਬਹੁ ਭੈੜਾ ਰਾਹ ਹੈ। حرمت عليكم أمهاتكم وبناتكم وأخواتكم وعماتكم وخالاتكم وبنات الأخ وبنات الأخت وأمهاتكم اللاتي أرضعنكم وأخواتكم من الرضاعة وأمهات نسائكم وربائبكم اللاتي في حجوركم من نسائكم اللاتي دخلتم بهن فإن لم تكونوا دخلتم بهن فلا جناح عليكم وحلائل أبنائكم الذين من أصلابكم وأن تجمعوا بين الأختين إلا ما قد سلف إن الله كان غفورا رحيما। ਤੁਹਾਡੇ ਤੇ ਹਰਾਮ ਕਰ ਦਿੱਤੀਆਂ ਗਈਆਂ ਤੁਹਾਡੀਆਂ ਮਾਵਾਂ ਤੇ ਧੀਆਂ ਤੇ ਭੈਣਾਂ ਤੇ ਫੁੱਫੀਆਂ ਤੇ ਮਾਸੀਆਂ ਤੇ ਭਤੀਜੀਆਂ ਤੇ ਭਾਂਜੀਆਂ ਤੇ ਤੁਹਾਡੀਆਂ ਉਹ ਮਾਵਾਂ ਜਿਨ੍ਹਾਂ ਤੁਹਾਨੂੰ ਦੁੱਧ ਪਿਆਇਆ ਤੇ ਦੁੱਧ ਦੇ ਰਿਸ਼ਤੇ ਵਾਲੀਆਂ ਭੈਣਾਂ ਤੇ ਤੁਹਾਡੀਆਂ ਸਵਾਣੀਆਂ ਦੀਆਂ ਮਾਵਾਂ ਤੇ ਤੁਹਾਡੀਆਂ ਸਵਾਣੀਆਂ ਦੀਆਂ ਉਹ ਧੀਆਂ ਜਿਹੜੀਆਂ ਤੁਹਾਡੀ ਗੋਦੀ ਵਿੱਚ ਨੇ ਜਿਹੜੀਆਂ ਉਹਨਾਂ ਸਵਾਣੀਆਂ ਵਿੱਚੋਂ ਨੇ ਤੇ ਜਿਨ੍ਹਾਂ ਨਾਲ ਤੁਸੀਂ ਸੋਬਤ ਕਰ ਚੁੱਕੇ ਹੋ। ਫਿਰ ਜੇਕਰ ਤੁਸਾਂ ਨੇ ਉਹਨਾਂ ਸਵਾਣੀਆਂ ਨਾਲ ਸੋਬਤ ਨਾ ਕੀਤੀ ਹੋਵੇ ਤੇ ਉਹਨਾਂ ਦੀਆਂ ਧੀਆਂ ਨਾਲ ਨਿਕਾਹ ਕਰਨ ਵਿੱਚ ਕੋਈ ਹਰਜ ਨਹੀਂ ਤੇ ਤੁਹਾਡੇ ਸਕੇ ਪੁੱਤਰਾਂ ਦੀਆਂ ਸਵਾਣੀਆਂ ਤੇ ਦੋ ਭੈਣਾਂ ਨੂੰ ਇਕੱਠੀਆਂ ਕਰਨਾ ਹਰਾਮ ਹੈ। ਪਰ ਜਿਹੜਾ ਪਹਿਲੇ ਹੋ ਗਿਆ ਇਹਦੇ ਵਿੱਚ ਸ਼ੱਕ ਨਹੀਂ ਅੱਲਾਹ ਬਖਸ਼ਿਸ਼ਹਾਰ ਤੇ ਮਿਹਰਬਾਨ ਹੈ।